ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਚਬਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਭੰਡਾਰ ਬਰਦੋ ਆਲਮ ਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਕੱਦਸ ਹਜ਼ੂਰੀ ਅੰਦਰ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਗੁਰਦੇਵ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਹੀਦੀ ਅਸਥਾਨਾਂ ਦੇ ਦਰਸ਼ਨ ਕਰਦੇ ਹੋਏ ਆਪ ਇਸ ਪਾਵਨ ਦਰਬਾਰ ਦੀ ਧੂੜ ਆਪਣੇ ਮਸਤਕ ਤੇ ਲਾ ਰਹੇ ਹੋ। ਵਡਭਾਗੀ ਹੋ ਸਤਿਗੁਰ ਜੀ ਆਪ ਸਭਨਾਂ ਦੀਆਂ ਯਾਤਰਾਵਾਂ ਸਫਲ ਕਰਨ। ਅੰਮ੍ਰਿਤਮਈ ਬਾਣੀ ਤੋਂ ਬਾਅਦ ਇਸ ਪਾਵਨ ਦਰਬਾਰ ਦੀ ਮਰਿਆਦਾ ਹੈ ਆਸਾ ਕੀ ਵਾਰ ਤੋਂ ਉਪਰੰਤ ਕਥਾ। ਲੜੀਵਾਰ ਕਥਾ ਦਾ ਸ਼ਬਦ ਆਪ ਜੀ ਨੇ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਪਾਸੋਂ ਬੜੀ ਪ੍ਰੇਮ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਰਾਗ ਆਸਾ ਅੰਦਰ ਦਰਜ ਹੈ। 402 ਅੰਗ ਤੇ ਸੁਸ਼ੋਭਿਤ ਇਸ ਸ਼ਬਦ ਦੀ ਵਿਚਾਰ ਆਰੰਭ ਕਰੀਏ। ਆਪ ਜਿਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨਾਂ ਤੇ ਮੌਜੂਦ ਹੋ, ਜਿਨੇ ਘਰ ਬੈਠੇ ਮੀਡੀਆ ਰਾਹੀਂ, PTC ਸਿਮਰਨ ਰਾਹੀਂ, ਹੋਰ ਸਾਧਨਾ ਰਾਹੀਂ ਆਪਣੇ ਦੇਸ਼ਾਂ ਵਿਦੇਸ਼ਾਂ ਕਾਰੋਬਾਰਾਂ ਦੇ ਵਿੱਚ ਬੈਠੇ ਸਰਵਣ ਕਰ ਰਹੇ ਹੋ, ਬਖਸ਼ੋ ਅਸੀਸ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਪਿਤਾ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਅੱਜ ਦਾ ਸ਼ਬਦ, ਔਰ ਇੰਜ ਕਹੀਏ ਸ਼ਬਦਾਂ ਦੀ ਲੜੀ, ਜਿਸ ਤਰ੍ਹਾਂ ਕੱਲ੍ਹ ਵੀ ਆਪ ਜੀ ਨੇ ਗੁਰਮੁਖਾਂ ਪਾਸੋਂ ਇਹ ਸਰਵਣ ਕੀਤਾ ਕਿ ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਧਾਇਆ। ਕਿ ਇਸ ਸੰਸਾਰ ਵਿੱਚ ਮਨੁੱਖ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਤੇ ਅੱਜ ਦੇ ਸ਼ਬਦ ਦੇ ਵਿੱਚ ਵੀ ਸਤਿਗੁਰ ਜੀ ਨੇ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਤੋਂ ਮਨੁੱਖ ਨੂੰ ਤੋੜਨ ਵਾਲੀ ਉਸ ਸ਼ਹਿ ਮਾਇਆ ਦਾ ਜ਼ਿਕਰ ਕੀਤਾ ਹੈ, ਜਿਸ ਮਾਇਆ ਦੇ ਸਦਕੇ, ਜਿਸ ਮਾਇਆ ਦੇ ਕਰਕੇ ਮਨੁੱਖ ਪ੍ਰਭੂ ਦੇ ਸਿਮਰਨ ਤੋਂ ਵਾਂਝਾ ਹੁੰਦਾ ਹੈ। ਅਸੀਂ ਪੈਸੇ ਮਾਇਆ ਸਮਝਦੇ ਹਾਂ, ਦਮੜੇ ਮਾਇਆ ਸਮਝਦੇ ਹਾਂ, ਪਰ ਮਾਇਆ ਦਾ ਪਸਾਰਾ ਉਹ ਹੈ ਜਿਹੜਾ ਸਾਨੂੰ ਰੱਬ ਨੂੰ ਵਿਸਾਰ ਦੇ। ਇਸ ਧਰਤੀ ਤੇ ਸਿੱਖ ਲਈ, ਮਨੁੱਖ ਲਈ ਉਹ ਮਾਇਆ ਦਾ ਪਸਾਰਾ ਜਿਸ ਸਦਕੇ ਮਨੁੱਖ ਨੂੰ ਵਾਹਿਗੁਰੂ ਵਿਸਰ ਜਾਏ। ਗੁਰੂ ਅਮਰਦਾਸ ਜੀ ਦਾ ਬਚਨ ਹੈ। ਇਸ ਬਚਨ ਤੋਂ ਅੱਜ ਦੀ ਵਿਚਾਰ ਆਰੰਭ ਕਰਦੇ ਹਾਂ। ਮਹਾਰਾਜ ਜੀ ਕਹਿੰਦੇ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤੇ ਅਗਲਾ ਬਚਨ ਹੈ, ਇਹ ਮਾਇਆ ਜਿਤ ਹਰ ਵੀਸਰੈ। ਮਾਇਆ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕੋ ਤੁਕ ਦੇ ਵਿੱਚ ਸਮਝ ਆ ਸਕਦੀ ਹੈ ਕਿ ਮਾਇਆ ਉਹ ਹੈ ਜਿਸ ਤੋਂ ਰੱਬ ਵਿਸਰ ਜਾਏ। ਕੱਲੀ ਪੈਸੇ ਨਹੀਂ ਹੈ, ਪਰਿਵਾਰ ਵੀ ਮਾਇਆ ਦਾ ਰੂਪ ਹੈ, ਕਾਰੋਬਾਰ ਵੀ ਮਾਇਆ ਦਾ ਰੂਪ ਹੈ, ਅਹੰਕਾਰ ਵੀ ਮਾਇਆ ਦਾ ਰੂਪ ਹੈ। ਕਾਮ ਕ੍ਰੋਧ ਲੋਭ ਮੋਹ ਇਹ ਵਿਕਾਰ, ਤ੍ਰਿਸ਼ਨਾ ਨਿੰਦਾ ਚੁਗਲੀ ਦਵੈਸ਼ ਈਰਖਾ, ਕਿੰਨਾ ਕੁ ਪਸਾਰਾ ਇੱਥੇ। ਇਹ ਦਮੜੇ ਵੀ ਤੇ ਇਹ ਚਮੜੀ ਵੀ, ਇਹ ਕਾਮਨਾਵਾਂ ਵੀ। ਤੇ ਕੋਈ ਵਿਰਲਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਕਿ ਇਸ ਧਰਤੀ ਤੇ ਐਸਾ ਹੈ ਕਿ ਜਿਹੜਾ ਉਸਤਤ ਨਿੰਦਾ ਨਾਹੇ ਜੇ ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੇ ਜਾਨ। ਕੋਈ ਵਿਰਲਾ ਐਸਾ ਜਿਹੜਾ ਇਸ ਮਾਇਆ ਤੋਂ ਨਿਰਲੇਪ ਹੋਇਆ ਹੈ। ਆਓ ਜੀ ਇਸ ਸ਼ਬਦ ਦੀ ਵਿਚਾਰ ਆਰੰਭ ਕਰੀਏ।
ਸਾਰੇ ਇੱਕ ਵਾਰੀ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਵਾਰੀ ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ। ਮਿਥਿਆ ਸੰਗ ਸੰਗ ਲਪਟਾਏ, ਮੋਹ ਮਾਇਆ ਕਰ ਬਾਧੇ। ਜਹ ਜਾਨੂ ਸੋ ਚੀਤ ਨਾ ਆਵੈ, ਅਹੰਗ ਬੁੱਧ ਭਏ ਆਂਧੇ। ਸਤਿਗੁਰੂ ਜੀ ਕਹਿੰਦੇ ਕਿ ਸਾਡੇ ਅੰਗ ਸੰਗ ਵਾਹਿਗੁਰੂ ਹੈ, ਸਾਡੇ ਇੰਨੇ ਨੇੜੇ ਹੈ। ਕਹੋ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਈ ਸੋ ਹੋਈ। ਪਰ ਮਨੁੱਖ ਨੂੰ ਵਾਹਿਗੁਰੂ ਚੇਤੇ ਨਹੀਂ ਦਿਸਦਾ। ਮਨੁੱਖ ਨੂੰ ਜੋ ਚੇਤੇ, ਜੋ ਸੰਗ ਜਾਪਦੀ ਹੈ, ਉਹ ਹੈ ਮਾਇਆ ਦਾ ਪਸਾਰਾ, ਮਿਥਿਆ, ਜਿਹਨੂੰ ਝੂਠ ਆਖਿਆ। ਮਿਥਿਆ ਸੰਗ ਸੰਗ ਲਪਟਾਏ, ਇਹ ਹਰ ਇੱਕ ਦੇ ਅੰਗ ਸੰਗ ਹੋ ਕੇ ਲਪਟੀ ਫਿਰਦੀ ਹੈ। ਇਹ ਹਰ ਇੱਕ ਦੇ ਆਲੇ ਦੁਆਲੇ ਲਿਪਟੀ ਹੋਈ ਹੈ, ਤੇ ਕਿਸੇ ਨੂੰ ਇਹ ਭੇਤ ਨਹੀਂ ਹੈ ਕਿ ਕਿਸ ਵੇਲੇ ਇਹ ਮਾਇਆ ਸਾਡੀ ਬੁੱਧ ਨੂੰ, ਸਾਡੇ ਅੰਦਰ ਦੀ ਮਤ ਨੂੰ, ਸਾਡੇ ਅੰਦਰ ਦੀ ਸਿਆਣਪ ਨੂੰ ਭਿੱਟ ਕੇ ਰੱਖ ਦੇ। ਸਿਆਣੇ ਕਹਿੰਦੇ ਆ ਦੁੱਧ ਤੇ ਬੁੱਧ ਫਿੱਟਣ ਨੂੰ ਸਮਾਂ ਨਹੀਂ ਲੱਗਦਾ। ਇਹ ਹੈਰਾਨੀ ਹੋ ਜਾਂਦੀ ਹੈ ਕਿ ਇਹ ਦੁੱਧ ਕਿਵੇਂ ਫਟ ਗਿਆ। ਇਹ ਵੀ ਹੈਰਾਨੀ ਹੁੰਦੀ ਹੈ ਕਿ ਚੰਗੀ ਮਤ ਵੀ, ਇਹ ਚੰਗੀ ਬੁੱਧ ਵੀ ਕਿਵੇਂ ਭਿੱਟ ਗਈ। ਇਹ ਚੰਗੀ ਬੁੱਧ ਦੇ ਭਿੱਟਣ ਦਾ ਇੱਕੋ ਇੱਕ ਕਾਰਨ ਹੈ, ਮਾਇਆ ਸੰਗ ਸੰਗ ਸਾਡੇ ਲਿਪਟੀ ਫਿਰਦੀ ਹੈ, ਜਿਹਨੂੰ ਸਤਿਗੁਰੂ ਜੀ ਮਿਥਿਆ ਆਖਦੇ ਨੇ। ਮਿਥਿਆ ਦਾ ਮਤਲਬ ਹੈ ਜੋ ਸੱਚ ਨਹੀਂ ਹੈ, ਜਿਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੂੜ ਝੂਠ ਸੰਗ ਮਚੈ। ਸੱਚ ਨੂੰ ਛੱਡ ਕੇ ਬੰਦਾ ਝੂਠ ਨਾਲ ਜੁੜ ਜਾਏ ਤੇ ਉਹ ਝੂਠ ਕੀ ਹੈ? ਇਹ ਸਰੀਰ ਦੇ ਨਾਲ ਜੁੜਨਾ ਝੂਠ ਹੈ। ਇਹ ਸਰੀਰ ਸਦਾ ਰਹਿਣ ਵਾਲਾ ਨਹੀਂ ਹੈ। ਇਹ ਪਰਿਵਾਰਾਂ ਦਾ ਡਾਢਾ ਮੋਹ, ਜਿਹਨੂੰ ਮਹਾਰਾਜ ਜੀ ਕਹਿੰਦੇ ਹੰਸ ਹੇਤ ਲੋਭ ਕੋਭ ਚਾਰੇ ਨਦੀਆਂ ਅਗ, ਪਵਹਿ ਦਜਹਿ ਨਾਨਕਾ ਤਰੀਐ ਕਰਮੀ ਲਗ। ਹਿੰਸਾ ਵੀ ਅੱਗ ਦੀ ਨਦੀ ਵਹਿ ਰਹੀ ਹੈ। ਹੇਤ ਨੂੰ ਕਿਹਾ ਪ੍ਰੇਮ ਮੋਹ ਨੂੰ, ਮੋਹ ਵੀ ਅੰਦਰ ਨਦੀ ਹੈ ਅੱਗ ਦੀ। ਲੋਭ ਵੀ ਨਦੀ ਹੈ ਤੇ ਕੋਪ ਕ੍ਰੋਧ ਵੀ ਨਦੀ ਹੈ। ਇਹ ਸਾਰੀਆਂ ਚੀਜ਼ਾਂ ਮਨੁੱਖੀ ਮਨ 'ਚ ਤਾਂ ਪੈਦਾ ਹੁੰਦੀਆਂ ਨੇ ਜਦ ਉਹ ਝੂਠ ਨੂੰ ਸੱਚ ਸਮਝ ਲੈਂਦਾ, ਜਦ ਉਹ ਇਸ ਧਰਤੀ ਤੇ ਵਾਪਰ ਰਹੀ, ਇਸ ਸੰਸਾਰ 'ਚ ਵਾਪਰ ਰਹੀ ਰੱਬ ਦੀ ਖੇਡ ਨੂੰ ਸੀਰੀਅਸ ਹੋ ਕੇ ਲੈਣ ਲੱਗ ਜਾਂਦਾ। ਦੁੱਖਾਂ ਸੁੱਖਾਂ ਦੀ ਪੰਡ ਆਪਣੇ ਸਿਰ ਤੇ ਇਉਂ ਘੁੱਟ ਕੇ ਬੰਨ ਲੈਂਦਾ ਕਿ ਜਿਵੇਂ ਇਹ ਮੇਰੇ ਹੀ ਨੇ, ਜਿਵੇਂ ਇਹ ਮੇਰਾ ਹੀ ਹੈ ਸਾਰਾ ਕੁਝ। ਮਿਥਿਆ ਦੇ ਨਾਲ ਬੰਦਾ ਸੰਗ ਸੰਗ ਲਪਟਾਇਆ ਹੋਇਆ ਹੈ। ਮਿਥਿਆ ਸੰਗ ਸੰਗ ਲਪਟਾਏ, ਮੋਹ ਮਾਇਆ ਕਰ ਬਾਧੇ। ਮਨੁੱਖ ਬੰਧਿਆ ਪਿਆ ਮੋਹ ਮਾਇਆ ਦੇ ਵਿੱਚ। ਇੱਥੋਂ ਤੱਕ ਮਹਾਰਾਜ ਕਹਿੰਦੇ ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਤੇ ਜਿਹਦੇ ਅੰਦਰ ਨਾਮ ਨਹੀਂ ਹੈ, ਬਿਨ ਨਾਮੈ ਜਗ ਕਮਲਾ ਫਿਰੇ। ਤੇ ਗੁਰਮੁਖ ਨਦਰੀ ਆਇਆ, ਗੁਰੂ ਦੇ ਸਨਮੁਖ ਰਹਿਣ ਵਾਲੇ, ਗੁਰੂ ਨੂੰ ਅੰਗ ਸੰਗ ਜਾਣਨ ਵਾਲੇ ਕਿ ਭਾਈ ਇਸ ਧਰਤੀ ਤੇ ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਅਸੀਂ ਕਹਿੰਦੇ ਹਾਂ ਸਾਨੂੰ ਵੈਦ ਡਾਕਟਰ ਬਚਾ ਲੈਣਗੇ, ਅਸੀਂ ਕਹਿੰਦੇ ਹਾਂ ਸਾਡੀ ਸਿਹਤ ਠੀਕ ਹੋ ਜਾਏਗੀ, ਦਵਾਈਆਂ ਬਚਾ ਲੈਣਗੀਆਂ। ਪਰ ਸੱਚ ਤੇ ਇਹ ਹੈ, ਨਾ ਸੰਗ ਦਵਾ ਜਾਣ ਵਾਲੀ ਹੈ, ਨਾ ਵੈਦ ਬਚਾਉਣ ਵਾਲਾ ਹੈ, ਨਾ ਭੈਣ ਭਰਾ ਨਾਲ ਨਿਭਣ ਵਾਲੇ ਨੇ, ਤੇ ਨਾ ਮਾਂ ਬਾਪ ਨਿਭਣ ਵਾਲਾ ਹੈ। ਪ੍ਰਭੂ ਦਾ ਅੰਗ ਸੰਗ ਨਾਮ, ਜਿਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਜਿਸ ਨਾਮ ਤੋਂ ਤੂੰ ਟੁੱਟਿਆ ਪਿਆ, ਜਿਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਹ ਸਤਿਗੁਰੂ ਜੀ ਨੇ ਕਿਹਾ ਨਾਮ ਹੀ ਸਹਾਈ ਹੈ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਕਿ ਜਿਨੇ ਛੱਡ ਕੇ ਜਾਣਾ, ਜਿਹਨੂੰ ਤੂੰ ਛੱਡ ਕੇ ਸੰਸਾਰ 'ਚ ਰੁਖਸਤ ਕਰਨਾ, ਉਹਨੂੰ ਤੂੰ ਛੱਡ ਕੇ ਰਾਜ਼ੀ ਨਹੀਂ ਹੈ। ਉਹਦੇ ਮੋਹ ਦੇ ਵਿੱਚ ਤੂੰ ਵੱਜਿਆ ਪਿਆ। ਤੇ ਜੇ ਬਿਨਾਂ ਛੱਡੇ ਤੂੰ ਤੁਰ ਸਕਦਾ ਤੇ ਦੱਸ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇੱਕ ਗਾਥਾ ਬੜੀ ਪਿਆਰੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਵੇਲੇ ਹਰਿਦੁਆਰ ਵਾਲੇ ਪਾਸੇ ਤੁਰੇ ਨੇ ਨਾ, ਤੇ ਰਸਤੇ 'ਚ ਮਰਦਾਨਾ ਜੀ ਕਹਿੰਦੇ ਸਤਿਗੁਰੂ ਜੀ ਉਜਾੜ ਕਿਉਂ ਤੁਰਦੇ ਹੋ? ਇੱਥੇ ਵਸੋਂ ਹੈ, ਆਓ ਵਸੋਂ 'ਚ ਚਲੀਏ ਤੇ ਕੁਝ
ਪ੍ਰਸ਼ਾਦਾ ਛਕ ਲਈਏ ਤੇ ਕੁਝ ਇੱਥੇ ਬੈਠ ਕੇ ਪਰਿਵਾਰਾਂ ਨੂੰ, ਕੋਈ ਸੰਗੀ ਸਾਥੀਆਂ ਨੂੰ ਮਿਲ ਲਈਏ, ਇਸ ਦੇਸ਼ ਦੇ ਲੋਕਾਂ ਨਾਲ ਵੀ ਗੱਲਬਾਤ ਕਰ ਲਈਏ। ਮਹਾਰਾਜ ਕਹਿੰਦੇ ਅਸੀਂ ਵਸਿਆਂ ਦੇ ਵਿੱਚ ਨਹੀਂ, ਅਸੀਂ ਉਜਾੜਿਆਂ ਨੂੰ ਵਸਾਉਣ ਆਏ ਹਾਂ, ਇਸ ਕਰਕੇ ਅਸੀਂ ਉਜਾੜ ਥੀ ਵੰਜਣੇ ਆ। ਉਹ ਕਹਿੰਦਾ ਪਰ ਸਤਿਗੁਰ ਜੀ, ਰੱਬ ਨੇ ਢਿੱਡ ਵੀ ਤੇ ਲਾਇਆ ਨਾ, ਅੰਦਰ ਪਿਆਸ ਵੀ ਤੇ ਪੈਦਾ ਹੁੰਦੀ ਹੈ, ਅੰਨ ਦੀ ਵੀ ਪੂਰਤੀ ਕਰੀਏ, ਕੁਝ ਜਾ ਕੇ ਦੇਖ ਕੇ ਆਈਏ ਇਸ ਸ਼ਹਿਰ ਵਿੱਚ ਕਿਹੋ ਜਿਹੇ ਲੋਕ ਵਸਦੇ ਨੇ, ਨਾਮੀ ਨੇ ਕਿ ਕਾਮੀ ਨੇ, ਕ੍ਰੋਧੀ ਲੋਕ ਵਸਦੇ ਨੇ ਕਿ ਧਿਆਨੀ ਲੋਕ ਵਸਦੇ ਨੇ। ਮਹਾਰਾਜ ਕਹਿੰਦੇ ਇਸ ਪਿੰਡ ਦੇ ਵਿੱਚ ਸਾਰੇ ਰੱਬ ਦੀ ਉਸਤਤ ਕਰਨ ਵਾਲੇ ਲੋਕ ਵਸਦੇ ਨੇ। ਤੇ ਜੇ ਇਸ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਇੱਥੋਂ ਲੰਘ ਰਹੇ ਹਾਂ, ਇਸ ਪਿੰਡ ਦੇ ਲੋਕਾਂ ਨੇ ਪਲਕਾਂ ਵਿਛਾ ਦੇਣੀਆਂ ਨੇ, ਫਿਰ ਭਾਈ ਮਰਦਾਨਾ ਜੀ ਕਹਿੰਦੇ ਮੈਂ ਤੇ ਫਿਰ ਜ਼ਰੂਰ ਜਾਵਾਂਗਾ ਇਹਨਾਂ ਲੋਕਾਂ ਕੋਲ, ਕਿਉਂਕਿ ਬੜੇ ਪਿੰਡ ਐਸੇ ਵੇਖ ਕੇ ਆਏ ਨੇ। ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਬੇਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ। ਵੱਟੇ ਵੀ ਖਾਦੇ ਨੇ ਲੋਕਾਂ ਨੇ, ਆਪਣੇ ਪਿੰਡ ਆਪਣੇ ਘਰਾਂ ਦੇ ਬੂਹੇ ਵੀ ਭੇੜ ਲਏ ਨੇ ਸਾਨੂੰ ਵੇਖ ਕੇ। ਕਿਸੇ ਨੇ ਸਾਡੀ ਆਮਦ ਦਾ ਬਿਲਕੁਲ ਧਿਆਨ ਨਹੀਂ ਕੀਤਾ ਮਹਾਰਾਜ, ਪਰ ਜਿਹੜੇ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਵੀ ਮਿਲ ਆਈਏ। ਮਹਾਰਾਜ ਕਹਿੰਦੇ ਜਾ ਫਿਰ ਮਰਦਾਨਿਆਂ ਤੂੰ ਜਾ। ਜਦ ਮਰਦਾਨਾ ਜੀ ਉਸ ਪਿੰਡ ਵਿੱਚ ਗਏ, ਉਸ ਸ਼ਹਿਰ ਗ੍ਰਾਂ ਵਿੱਚ ਗਏ, ਤੇ ਗ੍ਰਾਂ ਦੇ ਲੋਕਾਂ ਨੂੰ ਪਤਾ ਲੱਗਿਆ ਭਾਈ ਮਰਦਾਨਾ ਜੀ ਆਏ ਤੇ ਨਾਨਕ ਜੀ ਬਾਹਰ ਵਾਲੇ ਪਾਸੇ ਬੈਠੇ ਹੈ ਸ਼ਹਿਰ ਪਿੰਡ ਦੇ। ਉਸ ਪਿੰਡ ਦੇ ਲੋਕਾਂ ਨੇ ਭਾਈ ਮਰਦਾਨੇ ਨੂੰ ਬੜੇ ਸਾਰੇ ਤੋਹਫੇ, ਬੜੀਆਂ ਸਾਰੀਆਂ ਭੇਟਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਮ ਤੇ ਦੇ ਦਿੱਤੀਆਂ। ਤੇ ਜਦ ਭਾਈ ਮਰਦਾਨਾ ਜੀ ਬਾਹਰ ਆਏ ਗੁਰੂ ਨਾਨਕ ਸਾਹਿਬ ਵੱਲ, ਸ਼ਹਿਰ ਦੇ ਬਾਹਰ ਪਹੁੰਚੇ, ਤੇ ਮਹਾਰਾਜ ਮੁਸਕਰਾਏ ਮਰਦਾਨੇ ਨੂੰ ਵੇਖ ਕੇ ਕਿ ਮਰਦਾਨਿਆ ਇਹ ਕੀ ਚੱਕੀ ਫਿਰਦਾ? ਤੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਇਹ ਮੇਰਾ ਕੁਝ ਨਹੀਂ ਹੈ, ਇਹ ਸਭ ਤੁਹਾਡੇ ਨਾਮ ਨੂੰ ਮਿਲਿਆ, ਇਹ ਸਭ ਤੁਸਾਂ ਦਾ ਹੈ। ਤੁਹਾਡੇ ਪ੍ਰੇਮ ਤੇ ਤੁਹਾਡੇ ਨਾਮ ਨੂੰ ਇਸ ਪਿੰਡ ਦੇ ਲੋਕਾਂ ਨੇ ਪਲਕਾਂ ਵਿਛਾ ਕੇ ਭੇਟਾਵਾਂ ਦਿੱਤੀਆਂ ਨੇ। ਮਹਾਰਾਜ ਕਹਿੰਦੇ ਇੰਨੀਆਂ ਪੜਨਾ ਇਹਦਾ ਕਰਾਂਗੇ ਕੀ? ਭਾਈ ਮਰਦਾਨਾ ਜੀ ਕਹਿੰਦੇ ਕੋਈ ਨਹੀਂ, ਨਾਲ ਲੈ ਕੇ ਚਲਦੇ ਆਂਗਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਿਆ ਇਹ ਕਿੱਥੋਂ ਲੈ ਕੇ ਤੁਰਾਂਗੇ? ਸਾਡਾ ਸੰਗ ਮਾਇਆ ਦੀਆਂ ਪੰਨਾਂ, ਇਹ ਪੰਨਾਂ ਬਣ ਕੇ ਚੱਕਣ ਦਾ ਨਹੀਂ ਹੈ। ਸਾਡਾ ਤੇ ਉਪਦੇਸ਼ ਇੱਥੇ ਆ ਕੇ ਕਿ ਪਹਿਲੇ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇ ਤੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡਾ ਭਾਗ ਹਰਸਿਓ ਬਨਿਆਈ, ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਤੇ ਗੁਰੂ ਨਾਨਕ ਸਾਹਿਬ ਕਿਉਂ ਤੁਰੇ ਨੇ? ਬਾਬਾ ਦੇਖਿਆ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸਿਆਈ, ਬਾਜੋ ਗੁਰੂ ਗੁਬਾਰ ਹੈ ਕਰਤੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਅਸੀਂ ਤੇ ਧਰਤ ਲੁਕਾਈ ਨੂੰ ਸੋਧਣ ਤੁਰੇ ਹਾਂ। ਜੇ ਮਰਦਾਨਿਆ ਭਾਈ ਮਰਦਾਨਾ ਜੀ ਇਹ ਪੰਨਾਂ ਹੀ ਅਸੀਂ ਬੰਨ ਲੀਆਂ ਤੇ ਫਿਰ ਕਿਵੇਂ ਤੁਰਾਂਗੇ? ਜੇ ਇਹਨਾਂ ਪੰਨਾਂ ਦੇ ਮੂੰਹ ਵਿੱਚ ਹੀ ਫਸੇ ਰਹਿ ਗਏ ਤੇ ਫਿਰ ਕਿਵੇਂ ਤੁਰਿਆ ਜਾਏਗਾ? ਤੇ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਤੁਸੀਂ ਫਿਕਰ ਨਾ ਕਰੋ, ਇਹ ਮੈਂ ਚੱਕ ਲੈਣਾ, ਇਹ ਤੁਸੀਂ ਫਿਕਰ ਨਾ ਕਰੋ, ਤੁਹਾਡੇ ਤੋਂ ਨਹੀਂ ਚਕਵਾਉਣੀ। ਗੁਰੂ ਨਾਨਕ ਸਾਹਿਬ ਜੀ ਤੁਰ ਪਏ ਗਾਂ, ਭਾਈ ਮਰਦਾਨਾ ਜੀ ਵੀ ਪਿੱਛੇ। ਕੁਝ ਸਫ਼ਰ ਤੇ ਤੁਰਦੇ ਰਹੇ, ਪਰ ਸਮਾਂ ਐਸਾ ਆਇਆ ਗੁਰੂ ਨਾਨਕ ਸਾਹਿਬ ਬੜੇ ਅੱਗੇ ਲੰਘ ਗਏ ਤੇ ਭਾਈ ਮਰਦਾਨਾ ਜੀ ਪਿੱਛੇ ਰਹਿ ਗਏ। ਭਾਈ ਮਰਦਾਨਾ ਜੀ ਆਵਾਜ਼ ਮਾਰਦੇ ਬਾਬਾ ਜੀ, ਮਹਾਰਾਜ ਜੀ ਥੋੜਾ ਜਿਹਾ ਹੋਲੇ ਚਲੋ, ਮੇਰੀਆਂ ਜਿਹੜੀਆਂ ਬੱਖੀਆਂ ਦੁਖ ਗਈਆਂ, ਮੇਰੇ ਮੋਢੇ ਦੁਖ ਗਏ, ਮੇਰੀਆਂ ਬਾਹਾਂ ਦਾ ਜ਼ੋਰ ਘਟ ਗਿਆ, ਚੱਕ ਕੇ ਸਮਾਨ। ਮਹਾਰਾਜ ਨੇ ਕਿਹਾ ਸੀ ਭਾਈ ਮਰਦਾਨਾ ਜੀ ਤੂੰ ਸਾਨੂੰ ਆਖਿਆ ਸੀ ਨਾ ਚੱਕੋ ਇਹ ਪੰਨਾ ਚੱਕ ਕੇ ਸਫ਼ਰ ਨਹੀਂ ਹੋਣਾ, ਛੱਡ ਦੋ। ਤੇ ਭਾਈ ਮਰਦਾਨਾ ਜੀ ਨੇ ਫਿਰ ਲੋਭ ਕੀਤਾ। ਜਿਹੜੀਆਂ ਸਸਤੀਆਂ ਵਸਤੂਆਂ ਸੀ ਉਹ ਕੁਝ ਵੰਡਤੀਆਂ, ਕੁਝ ਨਦੀਆਂ ਵਿੱਚ ਵਹਾਤੀਆਂ, ਤੇ ਜਿਹੜੀਆਂ ਕੁਝ ਰਹਿ ਗਈਆਂ ਉਹ ਚੱਕ ਕੇ ਫਿਰ ਤੁਰ ਪਏ। ਕੁਝ ਸਮਾਂ ਫਿਰ ਸਫ਼ਰ ਹੋਇਆ, ਕੁਝ ਮੀਲ ਲੰਘੇ, ਭਾਈ ਮਰਦਾਨਾ ਜੀ ਫਿਰ ਪਿੱਛੇ ਰਹਿ ਗਏ। ਜਦ ਹੰਬ ਗਏ ਨਾ ਫਿਰ ਆਵਾਜ਼ ਮਾਰੀ, ਬਾਬਾ ਨਾਨਕ ਜੀ ਹੁਣ ਨਹੀਂ ਤੁਰਿਆ ਜਾਂਦਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਵੇ ਮਰਦਾਨਿਆ, ਇਸ ਮਾਇਕੀ ਪਦਾਰਥਾਂ ਨਾਲ ਅਸਾਂ ਦਾ ਕੀ ਸਰੋਕਾਰ, ਇਹਨੂੰ ਦਰਿਆ ਵਿੱਚ ਰੋੜ ਥੀ ਵੰਝ ਵਹਾ ਦੇ, ਸਾਡਾ ਨਹੀਂ ਕੰਮ। ਤੈਨੂੰ ਕਿਹਾ ਇਹਨੂੰ ਚੱਕ ਕੇ ਪ੍ਰਭੂ ਦੇ ਦਰ ਦਾ ਸਫ਼ਰ ਨਹੀਂ ਹੁੰਦਾ। ਭਾਈ ਮਰਦਾਨਾ ਜੀ ਸਮਝ ਗਏ ਕਿ ਗੁਰੂ ਨਾਨਕ ਸਾਹਿਬ ਜਿਸ ਰਾਹ ਤੇ ਤੁਰੇ ਨੇ, ਮਾਇਆ ਦੀਆਂ ਪੰਨਾਂ ਬਣ ਕੇ ਉਸ ਰਾਹ ਤੇ ਨਹੀਂ ਤੁਰਿਆ ਜਾ ਸਕਦਾ। ਭਾਵੇਂ ਅਸੀਂ ਕਹੀਏ ਕਿ ਅਸੀਂ ਗੁਰੂ ਦੀ ਚਾਲ ਤੁਰ ਰਹੇ ਹਾਂ, ਜਿਹਨੂੰ ਸਾਹਿਬ ਜੀ ਕਹਿੰਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਪਰ ਗੁਰੂ ਦੀ ਮੰਨ ਨਹੀਂ ਰਹੇ, ਗੁਰੂ ਦੀ ਚਾਲ ਤੇ ਤੁਰਨ ਦਾ ਯਤਨ ਕਰ ਰਹੇ ਹਾਂ।
ਭਾਈ ਮਰਦਾਨਾ ਜੀ ਵੀ ਗੁਰੂ ਨਾਨਕ ਸਾਹਿਬ ਦੀ ਚਾਲੇ ਤੁਰ ਰਹੇ ਨੇ, ਗੁਰੂ ਨਾਨਕ ਸਾਹਿਬ ਦੀਆਂ ਪੈੜਾਂ ਦੇ ਪਿੱਛੇ ਪਿੱਛੇ ਤੁਰ ਰਹੇ ਨੇ, ਪਰ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉਹ ਭਲਾ ਕਰਕੇ ਨਹੀਂ ਮੰਨਿਆ, ਇਸ ਕਰਕੇ ਹੁਣ ਤੁਰਿਆ ਨਹੀਂ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਜੇ ਕਾਮ ਦੀਆਂ ਪੰਡਾਂ ਸਿਰ ਤੇ ਚੁੱਕੀਆਂ ਹੋਣ, ਕ੍ਰੋਧ ਦੀਆਂ ਪੰਡਾਂ, ਲੋਭ ਦੀਆਂ, ਦੂਸਰੇ ਦੇ ਨਾਲ ਈਰਖਾ ਦੀਆਂ, ਇਹ ਮਾਇਕੀ ਪਦਾਰਥ ਦੀਆਂ ਖਿੱਚਾਂ ਦੀਆਂ ਪੰਡਾਂ ਚੁੱਕੀਆਂ ਹੋਣ, ਫਿਰ ਰੱਬ ਦੇ ਦਰਗਾਹ ਵਾਲੇ ਰਸਤੇ ਤੇ ਕੋਈ ਤੁਰ ਨਹੀਂ ਸਕਦਾ। ਇਹ ਨਾਮ ਦੇ ਰਸਤੇ ਤੇ ਅਹੰਕਾਰੀ ਬੰਦਾ ਵੀ ਨਹੀਂ ਤੁਰ ਸਕਦਾ, ਜਿਹਨੂੰ ਕਬੀਰ ਸਾਹਿਬ ਦਾ ਬਚਨ, ਗੁਰੂ ਅਮਰਦਾਸ ਜੀ ਨੇ ਵੀ ਇਹ ਬਚਨ ਉਚਾਰੇ ਕਿ ਜਿਹੜਾ ਮਨ ਹੈ ਇਹ ਹਾਥੀ ਦੀ ਤਰ੍ਹਾਂ ਅਹੰਕਾਰ ਦੇ ਵਿੱਚ ਆਫਰਿਆ ਹੋਇਆ ਹੈ, ਮਾਇਆ ਦੇ ਪਦਾਰਥਾਂ ਨੂੰ ਇਕੱਠਾ ਕਰ ਕਰਕੇ ਆਫਰਿਆ ਹੋਇਆ ਹੈ। ਖਰੇ ਮੈਨੂੰ ਇਹ ਵੀ ਚਾਹੀਦਾ, ਇਹ ਵੀ ਚਾਹੀਦਾ, ਮੇਰੇ ਕੋਲ ਇਹ ਵੀ ਹੋਣਾ ਚਾਹੀਦਾ। ਕੋਈ ਚੀਜ਼ ਛੱਡ ਕੇ ਰਾਜ਼ੀ ਨਹੀਂ ਹੈ, ਨਾ ਪਦਾਰਥਕ ਚੀਜ਼ ਇਹ ਛੱਡ ਕੇ ਰਾਜ਼ੀ ਹੈ, ਨਾ ਮਨ ਦੀ ਖਿੱਚ ਇਹ ਛੱਡ ਕੇ ਰਾਜ਼ੀ ਹੈ। ਤੇ ਦੱਸੋ ਭਾਈ, ਜੇ ਮੈਂ ਤੁਹਾਨੂੰ ਕਹਾਂ ਮੇਰੇ ਨਾਲ ਥੋੜਾ ਚਿਰ ਤੁਰ ਲਓ, ਪਰ ਸ਼ਰਤ ਇਹ ਹੈ 25-30 ਕਿਲੋ ਦਾ ਵਜਨ ਚੱਕ ਕੇ ਮੇਰੇ ਨਾਲ ਤੁਰਿਓ, ਤੇ ਕਿੰਨਾ ਕੁ ਤੁਰਿਆ ਜਾ ਸਕੇਗਾ? ਉਹੀ ਹਾਲ ਸਾਡਾ ਹੋਏਗਾ ਜੋ ਬਾਬਾ ਨਾਨਕ ਜੀ ਦੇ ਨਾਲ ਭਾਈ ਮਰਦਾਨਾ ਜੀ ਦਾ ਹੋਇਆ। ਹੰਬ ਜਾਵਾਂਗੇ, ਇਹ ਸਫ਼ਰ ਨਹੀਂ ਕਰ ਸਕਾਂਗੇ। ਇਹ ਮਾਇਆ ਦੀਆਂ ਪੰਡਾਂ ਅਸੀਂ ਸਿਰ ਤੇ ਚੱਕੀਆਂ ਹੋਈਆਂ ਨੇ, ਲੋਕਾਂ ਦੇ ਨਾਲ 100 ਬਰਸ ਤੋਂ ਈਰਖਾ ਕਰਕੇ ਚੱਕੀ ਹੋਈ ਹੈ, ਬਈ ਉਹਨੇ ਸਾਡੇ ਨਾਲ 30 ਸਾਲ ਪਹਿਲਾਂ ਇਹ ਕੀਤਾ ਸੀ, ਅਸੀਂ ਉਹਨੂੰ ਦੱਸਣਾ। ਇਹ ਪੰਡ ਹੈ, ਭਾਰ ਹੈ, ਇਹ ਵੀ ਮੇਰਾ, ਇਹ ਵੀ ਮੇਰਾ। ਮਨੁੱਖੀ ਸਾਰਾ ਕੁਝ ਆਪਣੇ ਨਾਲ ਲੈ ਕੇ ਨਹੀਂ ਤੁਰਦਾ। ਸਾਡਾ ਘਰ ਥੋੜੀ ਸਾਡੇ ਨਾਲ ਇੱਥੇ ਆਇਆ, ਸਵਾਰੀਆਂ ਵੀ ਅਸੀਂ ਥੱਲੇ ਖੜੀ ਕਰਕੇ ਆਏ ਹਾਂ, ਸਾਡੇ ਬੈਂਕ ਬੈਲੈਂਸ, ਦੌਲਤ, ਸ਼ੌਹਰਤ ਥੋੜੀ, ਪਰ ਉਹ ਸਾਡੇ ਨਾਲ ਸਾਡੀ ਸਿਮਰਤੀ ਦੇ ਵਿੱਚ ਸਦਾ ਹੀ ਹਾਵੀ ਹੈ। ਉਹਦਾ ਭਾਰ ਸਾਡੀ ਸਿਮਰਤੀ ਵਿੱਚ ਹੀ ਹੈ, ਜਿਹਨੂੰ ਮਹਾਰਾਜ ਕਹਿੰਦੇ ਮੇਰੀ ਮੇਰੀ ਕਰਤੇ ਜਨਮ ਗਇਓ। ਇਹ ਪੰਡਾਂ ਚੱਕ ਕੇ ਨਹੀਂ ਤੁਰਿਆ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਵੇ ਮਰ ਜਾਨਿਆ, ਇਹਨੂੰ ਸੁੱਟ ਥੀ ਵੰਝ, ਇਹਦੇ ਨਾਲ ਸਫ਼ਰ ਨਹੀਂ ਹੋਣਾ। ਭਾਈ ਮਰਦਾਨਾ ਜੀ ਕਹਿੰਦੇ ਸਤ ਕਰਤਾਰ ਗੁਰੂ ਨਾਨਕ ਸਾਹਿਬ, ਜੋ ਤੁਸਾਂ ਨੇ ਆਖਿਆ ਜੋ ਗੁਰ ਕਹੈ ਸੋਈ ਭਲ ਮਾਨੋ, ਉਹੀ ਭਲਾ ਹੈ। ਮਹਾਰਾਜ ਜੀ ਕਹਿੰਦੇ ਮੋਹ ਮਾਇਆ ਕਰ ਬਾਂਧੇ, ਇਸ ਮਾਇਆ ਦੇ ਬੰਧਨਾਂ ਦੇ ਵਿੱਚ ਬੰਨੇ ਪਏ ਆ। ਇਹ ਮਾਇਆ ਦੀਆਂ ਜੰਜੀਰਾਂ, ਸਾਡੇ ਕਰਮਾਂ ਦੀਆਂ ਜੰਜੀਰਾਂ ਸਾਨੂੰ ਰੱਬ ਦਾ ਸਿਮਰਨ ਨਹੀਂ ਕਰਨ ਦਿੰਦੀਆਂ। ਜਦ ਅਸੀਂ ਸਿਮਰਨ ਕਰਨ ਬੈਠਦੇ ਹਾਂ, ਚੌਕੜਾ ਲਾ ਕੇ ਵਾਹਿਗੁਰੂ ਵਾਹਿਗੁਰੂ ਜਪਣ, ਮੂਲ ਮੰਤਰ ਜਪਣ, ਜਾਂ ਗੁਟਕਾ ਫੜ ਕੇ ਬਾਣੀ ਪੜ੍ਹਦੇ ਹਾਂ, ਕਿਸੇ ਨੂੰ ਕਾਰੋਬਾਰ ਦੇ ਮੋਹ ਮਾਇਆ ਦੇ ਬੰਧਨ ਲੈ ਬੈਠਦੇ ਨੇ, ਕਿਸੇ ਨੂੰ ਪਰਿਵਾਰਕ ਬੰਧਨ ਦੇ ਫੁਰਨੇ ਲੈ ਬੈਠਦੇ ਨੇ, ਕਿਸੇ ਨੂੰ ਮਨ ਦੇ ਅੰਦਰ ਦੀਆਂ ਈਰਖਾਵਾਂ ਲੈ ਬੈਠਦੀਆਂ ਨੇ। ਕਈ ਤੇ ਕਚੀਚੀਆਂ ਵੱਡ ਵੱਡ ਕੇ ਬਾਣੀ ਪੜ੍ਹ ਰਹੇ ਹੁੰਦੇ ਆ, ਅੰਦਰ ਕੁਬੋਲ ਬੋਲੀ ਜਾਂਦੇ ਆ ਦੁਸ਼ਮਣਾਂ ਬਾਰੇ, ਦੁਸ਼ਮਣਾਂ ਦੀਆਂ ਨਿੰਦਾ ਚਿੰਦਾ ਕਰ ਰਹੇ ਹੁੰਦੇ ਆ, ਤੇ ਬਾਹਰੋਂ ਬਾਣੀ ਦਾ ਗੁਟਕਾ ਫੜ ਕੇ ਕਹਿੰਦੇ ਪਾਠ ਕਰ ਰਹੇ ਆ। ਸਤਿਗੁਰੂ ਜੀ ਕਹਿੰਦੇ ਇਹ ਪਾਠ ਬਾਣੀ ਮਨ ਨੂੰ ਹੌਲੇ ਕਰਕੇ ਪੜ੍ਹੀ ਜਾ ਸਕਦੀ ਹੈ। ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਹਚਲ ਨਾਹੀ ਚੀਤ। ਜਦ ਤੱਕ ਚਿੱਤ ਹੀ ਨਹੀਂ ਟਿਕਿਆ, ਫਿਰ ਬਾਣੀ ਕਿੰਨੇ ਸੁਣਨੀ ਹੈ? ਬਾਣੀ ਤੇ ਚਿੱਤ ਨੇ ਸੁਣਨੀ ਸੀ। ਅੱਗੇ ਸਾਹਿਬ ਜੀ ਕਹਿੰਦੇ ਜਹ ਜਾਨੋ ਸੋ ਚੀਤ ਨਾ ਆਵੈ, ਅੰਗ ਬੁੱਧ ਪਏ ਆਂਦੇ। ਜਿੱਥੇ ਜਾਣਾ ਅਸੀਂ, ਭਾਵ ਜਿਸ ਰਸਤੇ ਤੁਰਨਾ, ਉਸ ਰਸਤੇ ਕਦੀ ਅਸੀਂ ਚੇਤੇ ਨਹੀਂ ਕੀਤਾ। ਤੇ ਜਿਸ ਸਾਰੇ ਪਸਾਰੇ ਨੂੰ ਤਿਆਗਣਾ, ਉਸ ਪਸਾਰੇ ਦਾ ਧਿਆਨ ਸਾਡੇ ਮਨ ਵਿੱਚ ਕਦੀ ਨਹੀਂ ਖਤਮ ਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕੋ ਬਚਨ ਇਸ ਗੱਲ ਨੂੰ ਬਿਆਨ ਕਰ ਸਕਦਾ ਹੈ। ਜਦ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉੱਤੇ ਧੀਰਮਲ ਨੇ ਗੋਲੀ ਚਲਾਈ, ਜਦ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਾਲ, ਧਨ ਤੇ ਖਜ਼ਾਨਾ ਧੀਰਮਲ ਸਾਰਾ ਲੁੱਟ ਕੇ ਲੈ ਗਿਆ, ਤੇ ਫਿਰ ਮੱਖਣ ਸ਼ਾਹ ਲੁਬਾਣਾ ਜੀ ਸਾਰਾ ਵਾਪਸ ਲੈ ਕੇ ਆਏ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਰੱਖਿਆ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਕੀ? ਤੇ ਮੱਖਣ ਸ਼ਾਹ ਕਹਿੰਦਾ ਸਤਿਗੁਰੂ ਜੀ ਇਹ ਤੇ ਤੁਹਾਡਾ ਸੀ, ਮੈਂ ਵਾਪਸ ਲੈ ਕੇ ਆਇਆ। ਮਹਾਰਾਜ ਕਹਿੰਦੇ ਇਹ ਮਾਇਆ ਦਾ ਜਿੰਨਾ ਚਿਰ ਤੱਕ ਪਸਾਰਾ ਨਹੀਂ ਸੀ, ਮੋਹ ਨਹੀਂ ਸੀ, ਉਹਨਾਂ ਚਿਰ ਤੱਕ ਕੋਈ ਗੱਲਬਾਤ ਨਹੀਂ। ਅੱਜ ਇਸ ਮਾਇਆ ਕਰਕੇ ਦੇਖ, ਮੱਖਣ ਸ਼ਾਹ ਗੋਲੀਆਂ ਤੱਕ ਚੱਲ ਗਈਆਂ ਨੇ। ਗੋਲੀ ਕੰਧ ਨੂੰ ਵੱਜੀ, ਮਾਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਮੱਥੇ ਨੂੰ ਖਹਿ ਕੇ ਲੰਗੀ ਸੀ, ਪਰ ਸਤਿਗੁਰੂ ਜੀ ਨੂੰ ਹੋਇਆ ਕੁਝ ਨਹੀਂ, ਬਚਾਇਆ ਕਰਤਾਰ ਨੇ। ਮਹਾਰਾਜ ਜੀ ਨੇ ਕਿਹਾ ਕਿ ਇਹ ਧਨ ਨਹੀਂ। ਮਾਂ ਜੀ ਵੀ, ਮਾਤਾ ਜੀ ਵੀ ਆਖਦੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਤੇ ਅਸਾਂ ਦਾ, ਇਹ ਧਨ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਮਾਤਾ ਜੀ ਸਾਡਾ ਜਿਹੜਾ ਅਸਲ ਧਨ ਹੈ ਉਹ ਨਾਮ ਦਾ ਹੈ, ਇਹ ਧਨ ਮਿਥਿਆ ਹੈ, ਅੱਜ ਕਿਸੇ ਦਾ ਹੈ ਤੇ ਕੱਲ ਕਿਸੇ ਦਾ, ਇਹ ਧਨ ਕਿਸੇ ਦਾ ਨਹੀਂ ਹੋ ਸਕਦਾ।
ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਉਚਾਰਿਆ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੁਟਕਿਓ, ਕਰ ਬੈਠੋ ਬਿਸਰਾਮ। ਮੇਰਾ ਮਨ ਹੁਣ ਧੌਂਦਾ ਨਹੀਂ। ਇਸੀ ਗੱਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅੱਜ ਦੇ ਬਚਨ ਵਿੱਚ ਵਿਚਾਰੀਏ ਕਿ ਮਨ ਦੇ ਵਿੱਚ ਵਿਸ਼ਰਾਮ ਤਾਂ ਆਏਗਾ ਜਦ ਗੁਰੂ ਦਾ ਨਾਮ ਹਿਰਦੇ ਵਸੇਗਾ। ਫਿਰ ਪਤਾ ਲੱਗੇਗਾ ਕਿ ਮਾਇਆ ਦਾ ਮੋਹ ਤਿਆਗਣਾ, ਮਾਇਆ ਨਹੀਂ ਤਿਆਗਣੀ। ਮਾਇਆ ਵਿੱਚ ਵਿਚਰਨਾ, ਪਰ ਵਿਚਰਨਾ ਇਵੇਂ ਹੈ ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈਸਾਣੇ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਸਤਿਗੁਰੂ ਜੀ ਕਹਿੰਦੇ, ਜੋ ਜਾਨੋ ਜਹ ਜਾਨੋ ਸੋ ਚੀਤ ਨਾ ਆਵੈ। ਜਹ ਦਾ ਮਤਲਬ ਜਿਸ ਰਸਤੇ ਤੇ ਤੁਰਿਆਂ ਤੈਨੂੰ ਸੁਖ ਮਿਲਣਾ ਹੈ, ਜਿਹੜਾ ਅੰਤਮ ਸਫ਼ਰ ਤੇਰਾ ਜੀਵਨ ਦਾ ਹੈ। ਕਿਹੜਾ ਸਫ਼ਰ ਹੈ? ਮਰਣਾ ਮੁੱਲਾ ਮਰਣਾ ਭੀ ਕਰਤਾਰੋਂ ਡਰਨਾ। ਅੰਤਮ ਸਫ਼ਰ ਕੀ ਹੈ? ਮਰਨ ਲਿਖਾਏ ਮੰਡਲ ਮਹਿ ਆਏ। ਸੱਚ ਕੀ ਹੈ? ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਸੱਚ ਕੀ ਹੈ? ਕਿਹੜੇ ਰਸਤੇ ਜਾਣਾ? ਕਿ ਹਮ ਵੀ ਵੰਝਾਂ ਡੁਮਣੀ, ਕਿ ਸਜਣ ਮੇਰੇ ਰੰਗੁਲੇ, ਜਾਏ ਸੁੱਤੇ ਜੀ ਰਾਣ, ਹਮ ਵੀ ਵਈਆਂ ਡੁਮਣੀ, ਰੋਵਾਂ ਝੀਣੀ ਬਾਣ। ਇਹ ਸੱਚ ਹੈ। ਧਨ ਜੋਬਨ ਅਰ ਫੁੱਲੜਾ ਨਾਠੀ ਅੜੇ, ਦਿਨ ਚਾਰ ਪੱਬਣ ਕੇਰੇ ਪਤ ਜਿਉ, ਢਲ ਢੁਲ ਜੁਮਣ ਹਾਰ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨੂੰ ਹੁਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਇਸ ਰਸਤੇ ਸਭ ਨੇ ਤੁਰਨਾ। ਇਹ ਰਸਤੇ ਦਿਨ ਵੀ ਲੰਘ ਗਿਆ, ਰਾਤ ਵੀ ਲੰਘ ਗਈ, ਇਵੇਂ ਬਚਪਨ ਵੀ ਲੰਘ ਗਿਆ ਤੇ ਜਵਾਨੀ ਵੀ ਲੰਘ ਗਈ। ਸਮਾਂ ਲੰਘਦਾ ਜਾ ਰਿਹਾ। ਸਤਿਗੁਰੂ ਜੀ ਕਹਿੰਦੇ, ਜਿਸ ਰਸਤੇ ਤੂੰ ਤੁਰਨਾ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਦਾ ਨਿਤ ਪਾਰਚ। ਹਜੇ ਤੱਕ ਬਣਿਆ ਪਿਆ, ਤੂੰ ਵੇਖ ਰਿਹਾ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬਿਅਲਾ। ਸਤਿਗੁਰੂ ਜੀ ਕਹਿੰਦੇ, ਇਹ ਸਭ ਕੁਝ ਦਿੱਤਾ ਹੋਇਆ ਵਾਹਿਗੁਰੂ ਦਾ ਸੀ ਤੇ ਤੇਰਾ ਇਹਦੇ ਵਿੱਚ ਕੁਝ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਚੇਤੇ ਕਰੀਏ, ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ। ਜਿਹਨੂੰ ਤੂੰ ਆਪਣੀ ਕਰਕੇ ਮੰਨੀ ਬੈਠਾ। ਸਾਹਿਬ ਜੀ ਕਹਿੰਦੇ, ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਇਹਦੇ ਵਿੱਚ ਤੇਰਾ ਕੁਛ ਨਹੀਂ ਹੈ, ਇਹ ਤੂੰ ਛੱਡ ਕੇ ਜਾਣਾ ਹੈ। ਇੱਕ ਗਾਥਾ ਬੜੀ ਕਮਾਲ ਦੀ ਹੈ। 4 ਚੋਰ ਇੱਕ ਸ਼ਹਿਰ ਦੇ ਵਿੱਚ ਰਹਿੰਦੇ ਸਨ। ਉਹਨਾਂ ਚੋਰਾਂ ਦਾ ਇਹ ਨੇਮ ਸੀ ਕਿ ਭਾਈ ਅਸੀਂ ਚੋਰੀ ਰਲ ਕੇ ਕਰਨੀ ਹੈ ਤੇ ਜੋ ਚੋਰੀ ਕਰਾਂਗੇ ਅਸੀਂ ਬਰਾਬਰ ਵੰਡਣਾ ਹੈ। ਉਹ ਬੜੇ ਪੱਕੇ ਸਨ ਆਪਣੇ ਨੇਮ ਦੇ, ਇਕੱਠੇ ਚੋਰੀ ਕਰਨ ਲੰਘਦੇ ਨਿਕਲਦੇ ਸਨ ਤੇ ਚੋਰੀ ਕਰਕੇ ਆਉਂਦੇ ਤੇ ਵੰਡ ਲੈਂਦੇ ਸਨ ਚਾਰੋਂ ਬਰਾਬਰ। ਤੇ ਚਾਰੋਂ ਚੋਰਾਂ ਨੇ ਇੱਕ ਦਿਨ ਸਲਾਹ ਕੀਤੀ, ਕੰਮ ਇਹ ਕਰਦੇ ਆ ਕਿ ਛੋਟੀ ਛੋਟੀਆਂ ਚੋਰੀਆਂ ਬਹੁਤ ਕਰ ਲਈਆਂ, ਕੋਈ ਵੱਡਾ ਹੱਥ ਮਾਰੀਏ ਤਾਂ ਕਿ ਕੁਝ ਦਿਨ ਸਾਡੇ ਸੁੱਖ ਨਾਲ ਲੰਘ ਜਾਣ। ਬੰਦੇ ਨੂੰ ਇਹ ਭੁਲੇਖਾ ਹੁੰਦਾ ਕਿ ਚੋਰੀ ਕੀਤੀਆਂ ਸੁੱਖ ਮਿਲ ਜਾਏਗਾ, ਠੱਗੀ ਠੌਰੀਆਂ ਕੀਤੀਆਂ ਸੁੱਖ ਮਿਲ ਜਾਏਗਾ, ਪਰ ਸੁੱਖ ਨਹੀਂ ਭਾਈ, ਅੱਗੇ ਦੁੱਖਾਂ ਦੇ ਕੰਡੇ ਬੀਜੇ ਜਾਂਦੇ ਨੇ ਆਪ ਹੀ। ਇਹ 4 ਦਿਨ ਦੇ ਹੀ ਸੁੱਖ ਨੇ, ਠੱਗੀਆਂ ਠੋਰੀਆਂ ਤੇ ਚੋਰੀਆਂ ਦੇ, ਅੱਗੇ ਫਿਰ ਮਹਾਰਾਜ ਜੀ ਕਹਿੰਦੇ ਦੁੱਖ ਹੀ ਦੁੱਖ ਹੈ। ਚਾਰੇ ਚੋਰਾਂ ਨੇ ਇਹ ਸਲਾਹ ਬਣਾਈ ਕਿ ਅੱਜ ਰਾਜੇ ਦਾ ਮਹਿਲ ਜਾ ਕੇ ਲੁੱਟਦੇ ਹਾਂ। ਜਾ ਕੇ ਉਹਨਾਂ ਨੇ ਰਾਜੇ ਦਾ ਮਹਿਲ ਲੁੱਟਿਆ। ਰਾਤੀ ਸੋਨਾ ਚਾਂਦੀ ਹੀਰੇ ਜਵਾਹਰਾਤ ਅੱਖਾਂ ਚੁੰਧਿਆ ਗਈਆਂ ਵੇਖ ਕੇ। ਕਦੀ ਇੰਨੀ ਵੱਡੀ ਚੋਰੀ ਨਹੀਂ ਸੀ ਕੀਤੀ। ਮੱਤ ਭਿੱਟ ਗਈ ਸਾਰਿਆਂ ਦੀ, ਚਾਰਾਂ ਦੀ। ਬੌਂਦਲ ਗਏ ਸਾਰੇ। ਇੰਨਾ ਸੋਨਾ ਸਮਝ ਨਾ ਆਏ ਕਿਹੜੇ ਰਾਹੇ ਪਈਏ। ਜੇ ਇੰਨੀ ਦੌਲਤ ਲੈ ਕੇ ਘਰੇ ਵੀ ਜਾਵਾਂਗੇ ਤੇ ਘਰ ਰੱਖ ਕੇ ਸੋਵਾਂਗੇ ਕਿਵੇਂ? ਜੇ ਪਕੜੇ ਗਏ ਤੇ ਰਾਜੇ ਨੇ ਮਰਵਾ ਦੇਣਾ। ਕਹਿੰਦੇ ਇਉਂ ਕਰਦਿਆਂ ਜੰਗਲ ਜੰਗਲ ਰਸਤੇ ਚੱਲਦਿਆਂ ਫਿਰ ਸੋਚਾਂਗੇ ਜਾਣਾ ਕਿੱਥੇ ਹੈ। ਹੁਣ ਇੰਨਾ ਧਨ ਤੇ ਲੱਦ ਲਿਆ, ਜੰਗਲ ਜੰਗਲ ਤੁਰੀ ਗਏ ਤੇ ਜਦ ਪਿੰਡ ਦੇ ਲਾਗੇ ਪਹੁੰਚਣ ਲੱਗੇ ਤੇ ਇੱਕ ਕਹਿੰਦਾ, ਭਰਾਵਾ ਕੀ ਕਰੀਏ, ਇੰਨਾ ਧਨ ਘਰ ਲੈ ਕੇ ਰੱਖਾਂਗੇ ਕਿਵੇਂ, ਕੀ ਕਰੀਏ? ਦੂਜਾ ਸਿਆਣਾ ਸੀ, ਉਹ ਕਹਿੰਦਾ ਇਸ ਤਰ੍ਹਾਂ ਕਰੀਏ, ਇਹਨੂੰ ਇੱਥੇ ਮਿੱਟੀ 'ਚ ਹੀ ਦੱਬ ਦਿੰਦੇ ਆ, ਫਿਰ ਦੇਖਦੇ ਆ ਕੀ ਕਰਨਾ। ਉਹ ਸਾਰੇ ਮੋਤੀ ਜਵਾਹਰਾਤ ਉਹਨਾਂ ਨੇ ਜੰਗਲ ਦੇ ਵਿੱਚ ਟੋਆ ਪੱਟ ਕੇ ਦੱਬਤਾ ਤੇ 2 ਬਹਿ ਗਏ। ਘੜੀ 2 ਘੜੀ ਲੰਘੀ ਤੇ ਇੱਕ ਕਹਿੰਦਾ ਬੜੀ ਭੁੱਖ ਸਤਾਉਂਦੀ ਆ, ਹੁਣ ਕਰੀਏ ਕੀ? ਇਹ ਹੁਣ ਸਾਰੇ ਚਾਰੇ ਦੇ ਚਾਰੇ ਉਹਦੇ ਦੁਆਲੇ ਬੈਠੇ ਹੋਏ ਆ, ਉੱਠ ਕੇ ਕੌਣ ਜਾਏ? ਕਹਿੰਦਾ ਇਹ ਵੀ ਮੇਰਾ, ਇਹ ਵੀ ਮੇਰਾ। ਸਾਰੇ ਕਹਿੰਦੇ ਵੀ ਸਾਡਾ ਹਿੱਸਾ ਇਹਦੇ ਵਿੱਚ।
ਤੇ ਸਲਾਹ ਇਹ ਬਣਾਈ, 2 ਬੰਦੇ ਪਿੰਡ ਜਾਣਗੇ ਤੇ 2 ਇੱਥੇ ਰਖਵਾਲੀ ਕਰਨਗੇ। 2 ਪਿੰਡ ਜਾ ਕੇ ਭੋਜਨ ਦਾ ਪ੍ਰਬੰਧ ਕਰਨਗੇ ਤੇ 2 ਜਿਹੜੇ ਇੱਥੇ ਬੈਠੇ ਨੇ ਉਹਨਾਂ ਲਈ ਭੋਜਨ ਲੈ ਆਉਣਗੇ। ਤੇ ਜਿਹੜੇ 2 ਰਿਸ਼ਤੇ ਤੇ ਨਿਕਲੇ ਨੇ ਨਾ ਪਿੰਡ ਭੋਜਨ ਲੈਣ, ਭੋਜਨ ਉਹਨਾਂ ਨੇ ਛਕਿਆ ਤੇ ਭੋਜਨ ਲੈ ਕੇ ਜਿਸ ਵੇਲੇ ਵਾਪਸ ਪਰਤਣ ਲੱਗੇ, ਕਹਿੰਦੇ ਧੰਨ ਬੜਾ ਅੱਜ ਹੱਥ ਮਾਰਿਆ, ਪਰ ਅਸੀਂ 4 ਹਾਂ, ਸਾਡੇ ਤੋਂ ਭੁੱਲ ਬੜੀ ਵੱਡੀ ਹੋ ਗਈ। ਜੇ ਅਸੀਂ 2 ਹੀ ਹੁੰਦੇ ਤੇ ਇਹ ਧਨ ਸਾਨੂੰ ਕਿੰਨਾ ਕਿੰਨਾ ਆਉਣਾ ਸੀ, ਹੁਣ 4ਾਂ 'ਚ ਵੰਡਿਆ ਜਾਏਗਾ। ਕਹਿੰਦੇ ਕਰੀਏ ਕੀ? ਦੋਹਾਂ ਨੇ ਸਲਾਹ ਬਣਾਈ, ਭੋਜਨ ਦੇ ਵਿੱਚ ਜ਼ਹਿਰ ਮਿਲਾ ਦਿੰਦੇ ਆ, ਉਹ 2 ਮਰ ਜਾਣਗੇ। ਇਉਂ ਕਰਦੇ ਆ, ਜਿਨ੍ਹਾਂ ਨੇ ਸਾਰੀ ਉਮਰ ਇਕੱਠੇ ਚੋਰੀਆਂ ਕੀਤੀਆਂ ਤੇ ਧਨ ਐਸਾ ਹੈ ਜਿਹੜਾ ਸਿਰ ਤੇ ਚੜ ਜਾਂਦਾ, ਮਾਇਆ ਐਸੀ ਹੈ। ਉਹ ਕਹਿੰਦੇ ਠੀਕ ਹੈ, ਉਹਨਾਂ ਨੇ ਭੋਜਨ 'ਚ ਜ਼ਹਿਰ ਮਿਲਾ ਲਿਆ, ਚੱਲ ਪਏ ਜੰਗਲ ਵੱਲ। ਤੇ ਜਿਹੜੇ 2 ਅੱਗੇ ਉਡੀਕ ਰਹੇ ਸਨ, ਉਹਨਾਂ ਨੇ ਸਲਾਹ ਬਣਾਈ, ਭਰਾਵਾ ਜੇ ਅਸੀਂ 2 ਹੋਈਏ, ਉਹ ਵਾਪਸ ਹੀ ਨਾ ਆਉਣ ਤੇ ਕਿੰਨਾ ਚੰਗਾ ਹੋਏ। ਇੱਕ ਕਹਿੰਦਾ ਵਾਪਸ ਤੇ ਉਹਨਾਂ ਨੇ ਆਉਣਾ ਹੈ, ਕਰੀਏ ਕੀ? ਕਹਿੰਦੇ ਇਸ ਤਰ੍ਹਾਂ ਕਰਦੇ ਆ, ਜੰਗਲ 'ਚ ਵੜਨ ਤੋਂ ਪਹਿਲਾਂ ਉਹਨਾਂ ਨੂੰ ਮਾਰ ਦਿੰਦੇ ਆ ਅਸੀਂ। ਉਹ ਦੋਨੋਂ ਝਾਕ ਲਾ ਕੇ ਬਹਿ ਗਏ, ਝੁੱਕ ਕੇ ਛੁਪ ਕੇ ਬਹਿ ਗਏ, ਲੁੱਕ ਕੇ। ਤੇ ਉਹ ਦੋਨੋਂ ਜਦ ਜੰਗਲ ਵਿੱਚ ਵੜੇ ਤੇ ਉਹਨਾਂ ਦੋਨਾਂ ਨੇ ਪੱਥਰ ਮਾਰ ਕੇ ਦੋਨਾਂ ਨੂੰ ਮਾਰਤਾ। ਤੇ ਅੱਗੇ ਜਿਹੜੇ 2 ਬਚੇ ਸਨ, ਉਹ ਕਹਿੰਦੇ ਹੁਣ ਦੋਨੋਂ ਅਸੀਂ ਧਨ ਵੰਡਾਂਗੇ। ਇੱਕ ਕਹਿੰਦਾ ਧਨ ਬਾਅਦ 'ਚ ਵੰਡਾਂਗੇ, ਪਹਿਲਾਂ ਭੋਜਨ ਵੰਡ ਲਈਏ। ਹੁਣ ਉਸ ਭੋਜਨ ਵਿੱਚ ਵੀ ਜ਼ਹਿਰ ਸੀ, 2 ਮਾਰਤੇ ਤੇ 2 ਉਹ ਭੋਜਨ ਖਾ ਕੇ ਮਰ ਗਏ। ਮੁੜ ਕੇ ਮਾਇਆ ਫਿਰ ਕੱਲੀ ਰਹਿ ਗਈ। ਗੁਰੂ ਪਾਤਸ਼ਾਹ ਜੀ ਦਾ ਬਚਨ ਯਾਦ ਰੱਖਿਓ, ਖਸਮ ਮਰੈ ਨਾਰ ਨਾ ਰੋਵੈ। ਕਹਿੰਦੇ ਜਦ ਖਸਮ ਮਰਦਾ ਤੇ ਨਾਰ ਨਹੀਂ ਰੋਂਦੀ। ਇਹ ਕੋਈ ਬਾਹਰੀ ਉਪਦੇਸ਼ ਨਹੀਂ। ਖਸਮ ਤੇ ਨਾਰ, ਖਸਮ ਹੈ ਮਾਇਆ ਦਾ ਮਾਲਕ, ਨਾਰ ਹੈ ਮਾਇਆ। ਜਦ ਮਾਇਆ ਦਾ ਮਾਲਕ ਮਰਦਾ ਹੈ, ਦੌਲਤ ਦਾ ਮਾਲਕ ਮਰਦਾ ਹੈ, ਤੇ ਦੌਲਤ ਨਹੀਂ, ਮਾਇਆ ਨਹੀਂ ਰੋਂਦੀ। ਕਿਉਂ? ਕਹਿੰਦੇ ਉਸ ਮਾਇਆ ਦੇ 10 ਖਸਮ ਪਹਿਲਾਂ ਹੀ ਤਿਆਰ ਹੁੰਦੇ ਆ। ਉਸ ਮਾਇਆ ਨੂੰ ਲੈਣ ਵਾਸਤੇ 4-5 ਬੰਦੇ ਪਹਿਲਾਂ ਹੀ ਤਿਆਰ ਹੁੰਦੇ ਆ, ਬਈ ਇਹ ਸਾਡੀ ਹੈ, ਸਾਡੀ ਹੈ। ਪਹਿਲਾਂ ਰਾਜੇ ਦੀ ਸੀ, ਫਿਰ ਚੋਰ ਲੁੱਟ ਕੇ ਰਹਿ ਗਏ, ਫਿਰ ਚੋਰ ਕਹਿੰਦੇ ਸਾਡੀ ਹੈ, ਉਹ ਚੋਰਾਂ ਦੀ ਵੀ ਨਹੀਂ ਰਹੀ। ਹੁਣ ਉਹਨਾਂ ਦਾ ਮਾਲਕ ਉਹ ਹੈ ਜਿਹੜਾ ਆ ਕੇ ਲੱਭੇਗਾ। ਖਸਮ ਮਰੈ ਨਾਰ ਨਾ ਰੋਵੈ। ਕਿਉਂ? ਮਹਾਰਾਜ ਜੀ ਕਹਿੰਦੇ ਆ ਕਿ ਉਸ ਨਾਰ ਦੇ ਅੱਗੇ ਖਸਮ ਹੋਰ ਪੈਦਾ ਹੋ ਜਾਣੇ। ਕਹਿੰਦੇ ਉਸ ਰਖਵਾਲੋ ਹੋਰ ਹੋਵੇ, ਉਸ ਮਾਇਆ ਦਾ ਰਖਵਾਲਾ ਹੋਰ ਕੋਈ ਨਾ ਕੋਈ ਬਣ ਜਾਏਗਾ। ਇਸ ਕਰਕੇ ਜਿਹੜੀ ਇਹ ਮਾਇਆ ਹੈ, ਇਹ ਕਦੀ ਕਿਸੇ ਦੀ ਨਹੀਂ ਹੋਈ। ਇਹ ਭੁਲੇਖਾ ਹੈ ਕਿ ਮੇਰੀ ਹੈ, ਮੇਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਹੀ ਤੇ ਕਿਹਾ ਕਿ ਬੰਦਿਆ, ਕਿ ਤੂੰ ਸਭ ਕੁਝ ਕੀਤਾ, ਇੱਕ ਕੰਮ ਨਹੀਂ ਕੀਤਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਹੋ ਨਾਨਕ ਭਜ ਹਰ ਮਨਾ, ਜਿਹ ਬਿਦ ਜਲ ਕੋ ਮੀਨ। ਤੇ ਸਤਿਗੁਰੂ ਜੀ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਜਿਹੜਾ ਅਸੀਂ ਆਧਾਰ ਬਣਾ ਕੇ ਚੱਲੀਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਿ ਤੂੰ ਇੱਕ ਕੰਮ ਕਰ, ਕਿ ਤੂੰ ਆਪਣੇ ਮਨ ਦੇ ਅੰਦਰ ਇਸ ਮਾਇਆ ਦੇ ਪਸਾਰੇ ਵਿੱਚ ਰਹਿੰਦਿਆਂ ਹੋਇਆਂ ਵਾਹਿਗੁਰੂ ਨੂੰ ਚੇਤੇ ਕਰ। ਦੇਖ ਤੂੰ ਵਾਹਿਗੁਰੂ ਚੇਤੇ ਕਰੇਂਗਾ ਤੇ ਇਸ ਪਸਾਰੇ ਵਿੱਚ, ਇਸ ਮਾਇਆ ਦੇ ਮੋਹ ਦੇ ਵਿੱਚ ਵੀ ਤੂੰ ਨਿਰਲੇਪ ਹੋ ਜਾਏਗਾ। ਤੈਨੂੰ ਇਹ ਮਾਇਆ ਦਾ ਮੋਹ ਪੋ ਨਹੀਂ ਸਕੇਗਾ। ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਮਨ ਬੈਰਾਗੀ ਕਿਉਂ ਨਾ ਆਰਾਧੇ, ਕਾਚ ਕੋਠੜੀ ਮਾਹੇ ਤੂੰ ਬਸਤਾ, ਸੰਗ ਸਗਲ ਬਿਖੈ ਕੀ ਬਿਆਧੇ। ਰਹਾਉ, ਇਹ ਰਹਾਉ ਦੀਆਂ ਤੁਕਾਂ ਨੇ। ਮਨ ਬੈਰਾਗੀ ਕਿਉਂ ਨਾ ਆਰਾਧੇ। ਮੇਰੇ ਮਨ ਕੁਝ ਸਮਾਂ ਇਹ ਸੋਚ ਕਿ ਜਿਸ ਦਿਨ ਤੇਰੀ ਲਾਸ਼ ਤੇਰੇ ਘਰ ਦੀ ਛੱਤ ਤੇ ਪਈ ਹੋਏਗੀ ਨਾ, ਉਸ ਦਿਨ ਸਭ ਲੋਕਾਂ ਨੇ ਵੰਡ ਲੈਣਾ ਜਿਹਨੂੰ ਤੂੰ ਕਮਾ ਕੇ ਇਕੱਠਾ ਕਰਕੇ ਲਿਆਇਆ। ਤੇ ਤੇਰੇ ਬਾਰੇ ਇਹੀ ਵਿਚਾਰ ਹੋਏਗੀ ਕਿ ਬਈ ਹੁਣ ਅੱਗੇ ਕੀ ਕਰਨਾ ਹੈ, ਕੀ ਸਮਾਂ ਦਈਏ ਪਰਿਵਾਰ ਵਾਲਿਆਂ ਨੂੰ। ਪਰ ਲੋਕੀ ਕਹਿੰਦੇ ਜਿਨ੍ਹਾਂ ਵਾਸਤੇ ਤੂੰ ਇੰਨਾ ਸਾਰਾ ਕੁਝ ਇਕੱਠਾ ਕੀਤਾ, ਲੋਕਾਂ ਨੇ ਆ ਕੇ ਤੇਰੇ ਸੋਹਲੇ ਵੀ ਗਾ ਦੇਣੇ ਆ, ਤੇਰੇ ਵਾਸਤੇ ਸ਼ਰਧਾਂਜਲੀਆਂ ਦੇ ਫੁੱਲ ਵੀ ਬੰਨ ਦੇਣੇ ਆ। ਪਰ ਸੱਚ ਇਹ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਕਹਿੰਦੀ ਹੈ ਕਿ ਘਰ ਵਾਲੇ ਪਰਿਵਾਰ ਵਾਲਿਆਂ ਨੇ ਦੂਜਿਆਂ ਨੂੰ ਦੱਸਣ ਤੋਂ ਪਹਿਲਾਂ ਇਹ ਸਲਾਹ ਕਰਨੀ ਹੈ ਕਿ ਪਹਿਲਾਂ ਘਰ ਦਾ ਚੱਪਾ ਚੱਪਾ ਫਰੋਲ ਲਈਏ, ਇਹਨੇ ਕਿਹੜੀ ਚੀਜ਼ ਕਿੱਥੇ ਰੱਖੀ ਹੋਈ ਹੈ, ਕਿਹੜੀ ਚੀਜ਼ ਕਿੱਥੇ ਰੱਖੀ ਹੈ, ਪਹਿਲਾਂ ਉਹਦੀ ਜਾਣਕਾਰੀ ਮਿਲ ਜਾਏ। ਇੱਥੋਂ ਤੱਕ ਕਬੀਰ ਸਾਹਿਬ ਕਹਿੰਦੇ ਹੈ ਕਿ ਕੌਡੀ ਕੌਡੀ ਜੋਰ ਕੇ ਜੋਰੇ, ਲੱਖ ਕਰੋੜ, ਲੱਖਾਂ ਕਰੋੜਾਂ ਦਾ ਮਾਲਕ ਸੈਂ ਤੂੰ। ਤੇ ਕਬੀਰ ਸਾਹਿਬ ਕਹਿੰਦੇ ਅੰਤ ਵੇਲੇ ਨਾ, ਕਹਿੰਦੇ ਉਹਦੇ ਪਿੰਡੇ ਦੇ ਵਿੱਚ ਵੀ
ਹੱਥ ਫੇਰ ਕੇ ਵੇਖਦੇ ਨੇ ਕਿਥੇ ਇਹਦੇ ਲੱਕ 'ਚ ਕੋਈ ਲੰਗੂਟੀ ਤੇ ਨਹੀਂ, ਕੋਈ ਲੰਗੂਰੀ ਤੇ ਨਹੀਂ ਬੰਨੀ ਹੋਈ, ਕੋਈ ਪੰਡ ਤੇ ਨਹੀਂ, ਕੋਈ ਗੰਢ ਤੇ ਨਹੀਂ ਬੰਨੀ ਹੋਈ ਜਿਹਦੇ ਵਿੱਚ ਇਹਨੇ ਕੁਝ ਹੋਰ ਛੁਪਾਇਆ ਹੋਇਆ। ਮੁੰਦਰੀਆਂ ਸ਼ੁੰਦਰੀਆਂ ਲਾ ਲਓ। ਇਹ ਸੱਚ ਹੈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੈ। ਇਹ ਸੱਚ ਹੈ, ਗੁਰੂ ਅਰਜੁਨ ਸਾਹਿਬ ਕਹਿੰਦੇ ਹੈ, ਬਾਣੀ ਕਹਿੰਦੀ ਹੈ ਕਿ ਗਈ ਲੰਗੂਟੀ ਤੋਰ, ਤੇ ਕਹਿੰਦੇ ਹੁਣ ਦੱਸਦੇ ਆ ਸਾਰਿਆਂ ਨੂੰ। ਇਹ ਸੱਚ ਹੈ ਸਤਿਗੁਰੂ ਜੀ। ਮਨ ਬੈਰਾਗੀ ਕਿਉਂ ਨਾ ਅਰਾਧੈ। ਇਹ ਮਨ ਇਵੇਂ ਸੋਚ ਕਿ ਤੂੰ ਇਸ ਰਸਤੇ ਤੇ ਜਾਣਾ। ਇੱਕ ਦਿਨ ਸਾਡੇ ਨਾਲ ਵੀ ਨਾਨਕ ਸੇ ਦੇ ਆਵਨ, ਤੇ ਉਸ ਦਿਨ ਦੇ ਆਉਣ ਤੋਂ ਪਹਿਲਾਂ ਕਿਉਂ ਨਾ ਅਸੀਂ ਮਾਇਆ ਧਾਰੀ ਵਾਹਿਗੁਰੂ ਨੂੰ, ਕਿਰਪਾ ਧਾਰੀ ਵਾਹਿਗੁਰੂ ਨੂੰ ਚੇਤੇ ਕਰ ਲਈਏ। ਇਹ ਮਾਇਆ ਤੇ ਸਾਥ ਨਹੀਂ ਹੋਈ ਨਾ। 4 ਦਿਨ ਆਪਣੀ ਨੌਬਤ ਚਲੀ ਬਜਾਏ, ਇਤਨਕ ਗਠੀਆ ਕਠੀਆ ਮਠੀਆ ਸੰਗ ਨਾ ਕਛੂ ਲੈ ਜਾਏ। ਸੰਗ ਕਿਹੜਾ ਲੈ ਕੇ ਗਿਆ? ਹਾਂ, ਜੇ ਕੁਝ ਲੈ ਕੇ ਜਾਣਾ ਹੈ, ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੇ ਬੈਠੇ ਹੋ ਤੇ ਸਾਰੇ ਜਪੋ, ਹਰ ਜਸ ਰੇ ਮਨਾ ਗਾਏ ਲੈ, ਹਰ ਜਸ ਜੋ ਸੰਗੀ ਹੈ ਤੇਰੋ, ਜੋ ਸੰਗੀ ਹੈ ਅਵਸਰ ਬੀਤਿਓ ਜਾਤ ਹੈ, ਅਵਸਰ ਕਹਿਓ ਮਾਨ ਲੈ ਮੇਰੋ, ਕਹਿਓ। ਸੰਗੀ ਤੇ ਨਾਮ ਹੈ ਨਾ, ਹਰੀ ਦਾ ਜਸ ਹੈ, ਉਹਨੂੰ ਗਾ। ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਮਨ ਬੈਰਾਗੀ ਕਿਉਂ ਨਾ ਆਰਾਧੇ। ਇਹ ਬੰਦਾ ਕਿਉਂ ਨਹੀਂ ਬੈਰਾਗ ਕੀਤਾ ਤੂੰ? ਕਿਉਂ ਤੂੰ ਸਦਾ ਹੀ ਪ੍ਰਭੂ ਦੇ ਨਾਮ ਤੋਂ ਛੁੱਟ ਇਸ ਮਾਇਆ ਦੇ, ਇਸ ਸੰਸਾਰ ਦੇ ਬੰਧਨ ਵਿੱਚ ਬਣਿਆ ਰਿਹਾ? ਤੇ ਸਤਿਗੁਰੂ ਜੀ ਨੇ ਇਹ ਬਚਨ ਕੀਤਾ ਕਿ ਇਸ ਧਰਤੀ ਤੇ ਮਨੁੱਖ ਨੇ ਸਭ ਕੁਝ ਕੀਤਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ, ਕਹੋ ਨਾਨਕ ਭਜ ਹਰ ਮਨਾ, ਜੇ ਬਿਦ ਜਲ ਕੋ ਮੀਨ। ਬਿਖਿਆਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਇੱਕ ਨਿਮਖ ਵਸਤੇ ਵੀ ਇਹ ਸੋਚ ਕੇ ਤੂੰ ਸਿਮਰਨ ਨਹੀਂ ਕੀਤਾ ਕਿ ਜਿਹਦੇ ਮੂੰਹ ਵਿੱਚ ਮੇਰਾ ਮਨ ਫਸਿਆ ਹੋਇਆ ਹੈ, ਇਹ ਮੇਰੇ ਨਾਲ ਰਹਿਣ ਵਾਲਾ ਨਹੀਂ। ਗੁਰੂ ਅਮਰਦਾਸ ਮਹਾਰਾਜ ਜੀ ਨੇ 2 ਵਾਰੀ ਸਮਝਾਇਆ ਇਕੱਠਾ, ਇਹ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਹੇਤ ਭਰਮ ਭੁਲਾਇਆ। ਫਿਰ ਸਮਝਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ, ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈ ਹੈ। ਜਿਨ੍ਹਾਂ ਨਾਲ ਤੂੰ ਚਿੱਤ ਲਾਈ ਫਿਰਦਾ, ਜਿਨ੍ਹਾਂ ਵਸਤੇ ਤੂੰ ਪਾਪ ਕਰ ਕਰਕੇ ਇਕੱਠੀ ਕਰਕੇ ਲਿਆਇਆ, ਇਹਨਾਂ ਲੋਕਾਂ ਨੇ ਸੱਚੀ ਮੁੱਚੀ ਆਪਣਿਆਂ ਨੇ ਵੀ, ਕਿ ਸੱਚ ਇਹ ਹੈ, ਇੱਕ ਨਬੀ ਲਿਖਦਾ ਹੈ ਨਾ कि मुट्ठियों में खाक लेकर ले चले हमको यारे दफन। ਕਹਿੰਦੇ ਲੋਕਾਂ ਨੇ ਮੇਰੇ ਸਾਰੀ ਉਮਰ ਦੀ ਕਮਾਈ ਦਾ ਕੀ ਨਤੀਜਾ ਦਿੱਤਾ ਮੇਰੇ ਪਿਆਰਿਆਂ ਨੇ। ਜਿਸ ਤਰ੍ਹਾਂ ਕਬਰ ਦੇ ਵਿੱਚ ਦਫਨ ਕਰਨ ਲੱਗੀ ਦਾ ਨਾ, ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਆ ਕਿ ਆਖਰ ਬੇਅਫਤਮ ਕਸ ਨਾ ਦਾਰਦ ਚੂੰ ਸ਼ਬਦ ਤਕਬੀਰ, ਕਿ ਜਿਸ ਵੇਲੇ ਅੰਤਮ ਤੇਰੀ ਕਬਰ ਦੇ ਵਿੱਚ ਤੈਨੂੰ ਦਫਨ ਕੀਤਾ ਜਾਏਗਾ। ਉਦਾਹਰਣ ਸਤਿਗੁਰੂ ਜੀ ਨੇ ਇਸਲਾਮ ਜਗਤ ਦੇ ਲਈ ਨੇ ਸਮਝਾਉਣ ਵਾਸਤੇ। ਤੇ ਉਸ ਵੇਲੇ ਲੋਕਾਂ ਨੇ ਕਰਨਾ ਕੀ ਹੈ, ਕਹਿੰਦੇ ਭਾਵੇਂ ਜ਼ੁਬਾਨ ਤੇ ਤਕਬੀਰ ਅੰਤਮ ਵੇਲੇ ਦੀ ਨਮਾਜ਼ ਦੀਆਂ ਕਲਮਾਂ ਪੜ੍ਹ ਰਹੇ ਹੋਣਗੇ, ਪਰ ਤੇਰੀ ਕਬਰ ਦੇ ਵਿੱਚ 2 ਮੁੱਠੀਆਂ ਮਿੱਟੀ ਪਾ ਕੇ ਜਾਣਗੇ ਬਸ। ਉਹਨਾਂ ਵੱਲ ਹੋਰ ਕੁਝ ਨਹੀਂ ਹੋਏਗਾ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਨਾ, ਸਾਧੋ ਰਚਨਾ ਰਾਮ ਬਨਾਈ, ਇੱਕ ਬਿਨਸੈ ਇੱਕ ਅਸਥਿਰ ਮਨ ਹੈ, ਇੱਕ ਤੇ ਚਲਾ ਗਿਆ। ਤੇ ਉਹਨੂੰ ਅਸੀਂ ਵੇਖ ਕੇ ਵੀ ਨਹੀਂ ਅਹਿਸਾਸ ਕੀਤਾ ਕਿ ਇਹ ਲੈ ਕੇ ਕੀ ਗਿਆ ਨਾਲ। ਹਾਂ, ਜੇ ਲੈ ਕੇ ਗਿਆ ਗੁਰੂ ਦੀ ਬਾਣੀ, ਗੁਰੂ ਦੇ ਗੁਣ, ਨਾਮ ਦਾ ਜਸ, ਇਸ ਤੋਂ ਬਿਨਾ ਸੂਈ ਦਾ ਨੱਕਾ, ਸੂਈ ਵੀ ਕੋਈ ਨਾਲ ਨਹੀਂ ਲੈ ਕੇ ਜਾਂਦਾ। ਸਤਿਗੁਰੂ ਜੀ, ਇਹਦਾ ਮਤਲਬ ਇਹ ਨਹੀਂ ਕਿ ਮਾਇਆ ਅਸੀਂ ਕਾਰਜ ਯਤਨ ਕਰਨੇ ਹੈ, ਮਸ਼ੱਕਤ ਕਰਨੀ ਹੈ। ਬੰਦਿਆ, ਦੁਨੀਆ ਦੇ ਲੋਕਾਂ ਦੇ ਘਰ 'ਚ ਫਰਸ਼ ਲੱਗੇ ਹੁੰਦੇ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਸਿੱਖ, ਮੇਰੇ ਸੇਵਕ ਦੇ ਘਰ ਮੋਤੀ ਲੱਗੇ ਹੋਣ। ਮੋਤੀ ਤਾਂ ਮੰਦਰ ਊਸਰੈ, ਰਤਨੀ ਤਾਂ ਹੂਹੇ ਜੜਾਉ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਓ। ਇਹ ਕੁਝ ਲੱਗਿਆ ਹੋਏ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਓ। ਤੇਰੀ ਕੰਨਾਂ ਤੇ ਚੰਦਨ ਤੇ ਅਗਰ ਦੀ ਲੱਕੜ ਦੇ ਲੇਪਣੇ ਹੋਏ ਹੋਣ, ਇੰਨਾ ਮਹਿੰਗਾ ਡਿਸਟੈਂਪਰ ਹੋਇਆ ਹੋਏ, ਪਰ ਇੰਨਾ ਕੁਛ ਹੋ ਕੇ ਵੀ ਮਤ ਦੇਖ ਭੂਲਾਂ ਵੀਸਰੈ, ਤੇਰਾ ਚਿੱਤ ਨਾ ਆਵੇ ਨਾਓ। ਤਾਂ ਵੀ ਰੱਬ ਦਾ ਸਿਮਰਨ ਨਾ ਭੁੱਲ ਜਾਈ। ਤਾਂ ਵੀ ਇਹ ਮੋਤੀ ਦੇ ਮਹਿਲ ਨਹੀਂ ਨਾਲ, ਇਹ ਅਗਰ ਚੰਦਨ ਦੀਆਂ ਖੁਸ਼ਬੂਆਂ ਨਾਲ ਨਹੀਂ,
ਨਾਲ ਤੇ ਪ੍ਰਭੂ ਦੇ ਨਾਮ ਦੀ ਖੁਸ਼ਬੂ ਹੈ, ਨਾਮ ਦਾ ਰਸ ਹੈ, ਚੰਗੇ ਗੁਣ ਨੇ। ਹਰ ਬਿਨ ਜੀਓ ਜਲ ਬਲ ਜਾਉ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਇਹਨੂੰ ਹੀ ਅੱਜ ਮਨ ਬੈਰਾਗੀ ਕਿਉਂ ਨਾ ਆਰਾਧੇ। ਕਿ ਮਹਾਰਾਜ ਕਹਿੰਦੇ ਕਿ ਕਿਉਂ ਨਹੀਂ ਬੈਰਾਗ ਹੋ ਕੇ ਨਿਸ ਦਿਨ ਮਾਇਆ ਕਾਰਣੇ ਪ੍ਰਾਣੀ ਡੋਲਤ ਨੀਤ। ਕਹਿੰਦੇ ਰਾਤ ਦਿਨ ਤੂੰ ਡੋਲਦਾ ਪਿਆ, ਕਿਥੇ ਵੈਰਾਗ ਵੀ ਤੇ ਹੋ, ਉਪਰਾਮ ਵੀ ਤੇ ਕਰ। ਕਾਚ ਕੋਠੜੀ ਮਾਹੇ ਤੂੰ ਬਸਦਾ, ਸੰਗ ਸਗਲ ਵਿਖੈ ਕੀ ਬਿਆਦੇ। ਇਹ ਭਰਾਵਾ ਕੱਚੀ ਕੋਠੜੀ ਵਿੱਚ ਤੂੰ ਵਸਦਾ ਪਿਆ, ਇਹ ਕੱਚਾ ਘਰ ਹੈ। ਇਸ ਘਰ ਨੂੰ ਢਹਿੰਦਿਆਂ ਇੱਕ ਖਿੰਨ ਨਹੀਂ ਲੱਗਣਾ, ਅੰਦਰੋਂ ਸੂਲ ਪੈਦਾ ਹੋਣਾ ਹੈ, ਪਤਾ ਹੀ ਨਹੀਂ ਲੱਗਣਾ। ਇਸ ਕਾਚੀ ਕੋਠੜੀ ਨੇ ਆਪਣਾ ਰੰਗ ਵਟਾ ਲੈਣਾ, ਪੀਲੀ ਪੈ ਜਾਣੀ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੀ ਕਾਚ ਕੋਠੜੀ ਹੈ, ਇਸ ਕੱਚੀ ਕੋਠੜੀ 'ਚ ਕੀ ਕੁਝ ਇਕੱਠੀ ਕਰੀ ਬੈਠਾ ਹੈ, ਸਮਾਂ ਤੇਰੇ ਕੋਲ ਨਹੀਂ ਹੈ। ਬਾਬਾ ਸ਼ੇਖ ਫਰੀਦ ਜੀ ਕਹਿੰਦੇ ਨਾ ਕਿ ਬੰਦੇ ਕੋਲ 4 ਦਿਨ ਵੀ ਨਹੀਂ ਹੁੰਦੇ ਤੇ ਸਮਾਨ 100 ਸਾਲਾਂ ਦਾ ਇਕੱਠਾ ਕਰੀ ਬੈਠਾ ਹੁੰਦਾ ਹੈ। ਜਿਹਨੂੰ ਇੱਕ ਨਬੀ ਵੀ ਕਹਿੰਦਾ ਕਿ ਸਮਾਨ 100 ਬਰਸ ਕਾ ਖਬਰ ਕਲ ਕੀ ਨਹੀਂ ਪਲ ਕੀ ਨਹੀਂ। ਇਹਨੂੰ ਹੀ ਬਾਬਾ ਸ਼ੇਖ ਫਰੀਦ ਜੀ ਨੇ ਕਮਾਲ ਦੀ ਗੱਲ ਕੀਤੀ ਹੈ। ਬਾਬਾ ਫਰੀਦ ਜੀ ਕਹਿੰਦੇ ਹੈ ਕਿ ਸਰੀਰ ਦੇ ਅੰਦਰ 3.5 ਮਣ ਦੇਹੁਰੀ ਕੱਚੀ ਕੋਠੜੀ ਹੈ। ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ, ਵੱਥ ਅਸੂਣੀ ਬਨ, ਮਲਕਲ ਮੌਤ ਜਾਂ ਆਵਸੀ, ਸਭ ਦਰਵਾਜੇ ਭੰਨ। ਇਹ ਸਾਰੇ ਦਰਵਾਜੇ ਭੰਨੇ ਜਾਣਗੇ, ਕੱਚੀ ਕੋਠੜੀ ਹੈ ਭਾਈ। ਇਹ ਤੇ ਜੈਸੇ ਜਲ ਤੇ ਬੁੱਧ ਬੁਦਾ, ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਣ ਮੀਤ। ਆਹ ਸੱਚ ਹੈ, ਇਹਦੇ ਨਾਲ ਤੂੰ ਲਿਪਟਿਆ ਪਿਆ। ਸਗਲ ਵਿਖੈ ਕੀ ਬਿਆਦੇ, ਸਾਰਾ ਜ਼ਹਿਰ ਬਿਆਦ ਰੋਗ ਇਹਦੇ ਆਲੇ ਦੁਆਲੇ ਲਿਪਟਾਈ ਫਿਰਦਾ ਤੂੰ। ਨਿੰਦਾ ਚਿੰਦਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਮੇਰੀ ਮੇਰੀ ਕਰਤ ਦਿਨ ਰੈਨ ਬਿਹਾਵੈ, ਪਲ ਖਿਨ ਛੀਜੈ ਅਰ ਜਦ ਹੈ। ਮਹਾਰਾਜ ਜੀ ਕਹਿੰਦੇ ਮੇਰੀ ਮੇਰੀ ਕਰਕੇ ਤੂੰ ਦਿਨ ਰਾਤ ਕਰਦਿਆਂ ਇਸ ਜੀਵਨ ਦੀ ਰੈਣ ਨੂੰ ਵਿਆਹ ਦਿੱਤਾ ਹੈ। ਗੁਰੂ ਪਾਤਸ਼ਾਹ ਜੀ ਦਾ ਬਚਨ ਹੈ, 12 ਬਰਸ ਬਾਲਪਨ ਬੀਤਾ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ, ਮੇਰੀ ਮੇਰੀ ਕਰਤੇ ਜਨਮ ਗਇਓ। ਇਹ ਸਾਰੀ ਉਮਰ ਸਤਿਗੁਰੂ ਜੀ ਕਹਿੰਦੇ ਐਵੇਂ ਬਤੀਤ ਕਰ ਲਈ। 12-13 ਸਾਲ ਦਾ ਟੀਨ ਏਜਰ ਹੋਇਆ ਬੰਦਾ, ਬੱਚੇ ਨੂੰ ਵੈਸੇ ਸੋਝੀ ਨਹੀਂ, ਚਕਾ ਚੌਂਦ ਵਿੱਚ ਗਵਾਚਿਆ ਰਿਹਾ। ਮਾਂ ਬਾਪ ਨੇ ਕਦੀ ਨਾਮ ਜਪਿਆ ਹੋਏ ਤੇ ਉਹ ਜਪਣ ਨਾ ਬੱਚੇ ਵੀ, ਫਿਰ ਅਸੀਂ ਕਹਿੰਦੇ ਹਾਂ ਬੱਚੇ ਸਾਡੇ ਹੱਥੋਂ ਨਿਕਲ ਗਏ। 20 ਬਰਸ ਦਾ ਹੋ ਗਿਆ, ਕੋਈ ਰੱਬ ਦੀ ਬੰਦਗੀ ਦੀ ਗੱਲ ਹੀ ਨਹੀਂ ਮਨ 'ਚ ਫੁਰੀ। 30 ਸਾਲ ਦੀ ਉਮਰ ਹੋ ਗਈ, ਕੋਈ ਦੇਵ ਪੂਜਾ, ਕੋਈ ਰੱਬ ਦੇ ਨਾਮ ਦੇ ਗੁਣਾਂ ਦੀ ਗੱਲ ਨਹੀਂ, ਬਸ ਹਾਏ ਹਾਏ ਮੇਰਾ 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 ਮੇਰਾ। ਸਾਹਿਬ ਜੀ ਕਹਿੰਦੇ ਸਾਇਰ ਸੋਖ, ਕਹਿੰਦੇ ਜਦ ਅੰਦਰ ਸਰੀਰ ਦਾ ਸਮੁੰਦਰ ਉਮਰ ਦਾ ਸਾਰਾ ਸੁੱਕ ਗਿਆ ਤੇ ਕਹਿੰਦੇ ਭੁਜੰਗ ਬਲਿਓ, ਬਾਹਾਂ ਦਾ ਜ਼ੋਰ ਵੀ ਚਲਾ ਗਿਆ। ਹੁਣ ਕਹਿੰਦਾ ਬਸ ਮੈਨੂੰ ਰੱਬ ਮਿਲ ਜੇ, ਹੁਣ ਮੈਂ ਬ੍ਰਹਮ ਗਿਆਨੀ ਬਣ ਜਾਵਾਂ। ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ, ਪਰ ਸਰਵਰ ਜਬ ਉਛਲੈ ਤਬ ਤਰੁਣ ਦੁਹੇਲਾ। ਹੁਣ ਤੇ ਸਮਾਂ ਲੰਘ ਗਿਆ। ਸਤਿਗੁਰੂ ਜੀ ਕਹਿੰਦੇ ਜਦ ਸਮਾਂ ਅੱਜ ਮਿਲਿਆ ਤੇ ਅੱਜ ਸਮੇਂ ਨੂੰ ਪਛਾਣੀਏ। ਪਰ ਬੰਦਾ ਕਹਿੰਦਾ ਮੇਰੀ ਮੇਰੀ ਕਰਤ ਦਿਨ ਰੈਨ ਬਿਹਾਵੈ, ਪਲ ਖਿਨ ਛੀਜੈ ਅਰਜਾਦੇ। ਅਰਜਾਦੇ ਕਹਿੰਦੇ ਆਰਜਾ, ਔਦ ਘਟੈ ਦਿਨਸ ਰਹਿਣ ਆਰੇ, ਮਨ ਗੁਰਮਿਲ ਕਾਜ ਸਵਾਰੇ। ਉਮਰ ਘਟਦੀ ਜਾ ਰਹੀ ਹੈ। ਮਹਾਰਾਜ ਜੀ ਕਹਿੰਦੇ ਕਿੰਨੀ, 1 ਸਾਲ ਬਾਅਦ ਅਸੀਂ ਸਾਲ ਘਟਾਂਗੇ ਜਾਂ ਸਾਡੀ ਉਮਰ, ਸਾਡਾ ਬਰਥਡੇ ਆਏਗਾ ਫਲਾਣੇ ਮਹੀਨੇ ਆਏਗਾ। ਉਹ ਮਹਾਰਾਜ ਕਹਿੰਦੇ ਆ ਜਿਹੜਾ ਪਲ ਲੰਘ ਗਿਆ ਨਾ, ਇੰਨੇ ਪਲ ਦੇ ਵਿੱਚ ਵੀ ਤੇਰੀ ਉਮਰ ਘਟ ਗਈ ਹੈ। ਇੰਨੇ ਪਲ ਵਿੱਚ ਤੇਰਾ ਜਿਹੜਾ ਸਰੀਰ ਇੱਕ ਪਲ ਪਹਿਲਾਂ ਸੀ ਹੁਣ ਉਹ ਨਹੀਂ ਹੈ, ਬਦਲਾਵ ਆ ਜਾਏਗਾ ਇੰਨੇ ਪਲ 'ਚ ਹੀ ਤੇਰੇ ਸਰੀਰ ਦੇ ਵਿੱਚ। ਕਿੰਨੀ ਬਰੀਕੀ ਨਾਲ ਪਲ ਖਿਨ ਛੀਜੈ, ਇੱਕ ਇੱਕ ਖਿਨ ਕਰਕੇ ਤੇਰੇ ਸਰੀਰ ਦੀ ਤਾਕਤ ਘਟਦੀ ਜਾ ਰਹੀ ਹੈ। ਇਹ ਘਟਦਾ ਜਾ ਰਿਹਾ ਸਾਰਾ ਸਰਮਾਇਆ ਤਾਕਤ ਦਾ, ਸੋਚਣ ਦਾ, ਦੇਖਣ ਦਾ, ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਕਹਿੰਦੇ ਦੰਦ ਕਹਿੰਦੇ ਕਮਜ਼ੋਰ ਹੋਈ ਜਾ ਰਹੇ ਹੈ, ਸੁਣਨ ਦੀ ਸ਼ਕਤੀ ਘਟੀ ਜਾ ਰਹੀ ਹੈ। ਹੀਰੇ ਮੋਤੀ ਢਾ ਕਹਿੰਦੇ ਅੰਦਰ
ਇਹ ਜਿਹੜਾ ਬੜੀ ਬੇਸ਼ਕੀਮਤੀ ਦੇਹ ਇਹਨੂੰ ਮਿਲੇ ਸੀ, ਸੇ ਜਾਨੀ ਚੱਲ ਗਏ ਅੰਦਰ ਦੀ ਜੈ। ਕਹਿੰਦੇ ਜਿੰਦ ਹੁਣ ਬਸ ਅੱਗੀ ਤਿਆਰੀ ਕਰਨ ਨੂੰ ਤਿਆਰ ਹੈ, ਤੇ ਤੂੰ ਕਹਿੰਦਾ ਕਿ ਹੁਣੇ ਵੀ ਮੇਰਾ, ਹੁਣੇ ਵੀ ਮੇਰਾ। ਕਿੰਨਾ ਕੁ ਚਿਰ ਤੱਕ? ਗੁਰੂ ਅਮਰਦਾਸ ਜੀ ਨੂੰ ਪੁੱਛਿਆ ਸੀ ਮਾਇਆ ਦਾ ਮੂੰਹ ਕੀ ਹੈ? ਗੁਰੂ ਅਮਰਦਾਸ ਜੀ ਕਹਿੰਦੇ 3 ਰੂਪ ਹੈ ਮਾਇਆ ਦੇ। ਇੱਕ ਰੂਪ ਹੈਗਾ ਜੜ, ਇੱਕ ਹੈ ਚੇਤਨ, ਤੇ ਇੱਕ ਅਗਿਆਨਤਾ। ਜੜ ਕੀ ਹੈ? ਇਹ ਦਮੜੇ। ਬੰਦਾ ਸੋਚਦਾ ਇਹ ਦਮੜੇ ਜ਼ਰੂਰੀ ਨੇ, ਸੰਸਾਰ ਦੇ ਸਾਰੇ ਕੰਮ ਦਮੜੇ ਤੋਂ ਚੱਲਣੇ ਨੇ, ਪਰ ਮਹਾਰਾਜ ਕਹਿੰਦੇ ਯਾਦ ਰੱਖੀ ਇਹ 4 ਪੈਸੇ ਇੱਕ ਦੂਸਰੇ ਦਾ ਕਤਲ ਵੀ ਕਰਾ ਦਿੰਦੇ ਨੇ। ਜਿਵੇਂ ਹੁਣੇ ਤੁਸੀਂ ਗਾਥਾ ਸਰਵਣ ਕੀਤੀ ਹੈ, ਚੋਰੀ ਕਰਕੇ ਚੋਰ ਲਿਆਏ ਤੇ ਸਾਰੇ ਇੱਕ ਦੂਸਰੇ ਨੂੰ ਮਾਰਨ ਤੇ ਉਤਾਰ। ਇਹ ਤੇ ਮਾਂ-ਬਾਪ ਤੇ ਮਾਂ-ਬਾਪ ਬੱਚਿਆਂ ਤੋਂ ਇਹ ਸਾਰੇ ਖਫਾ ਹੋ ਜਾਂਦੇ, ਇੱਕ ਦੂਸਰੇ ਤੋਂ ਵੈਰੀ, ਭਰਾ ਦਾ ਵੈਰੀ ਹੈ। ਸੱਚ ਇਹ ਹੈ, ਇਹ ਜੜ ਮਾਇਆ ਕਿਸੇ ਦੀ ਨਹੀਂ ਹੈ, ਤੇ ਕਿਸੇ ਨੂੰ ਮੂੰਹ ਕਰਕੇ ਬੈਠਣ ਵੀ ਨਹੀਂ ਦਿੰਦੀ। ਦੂਸਰੀ ਚੇਤਨ, ਜਿਹਨੂੰ ਪੁੱਤਰ, ਧੀ, ਰਿਸ਼ਤੇਦਾਰ, ਕਾਰੋਬਾਰ, ਇਹ ਸਾਰੀ ਚੇਤਨ ਮਾਇਆ, ਜਿਹਦੇ ਵਿੱਚ ਬੰਦਾ ਸਮਝਦਾ ਮੇਰਾ। ਇਹ ਸਤਿਗੁਰੂ ਜੀ ਦਾ ਉਪਦੇਸ਼ ਸਮਝ ਲਓ। ਇਸ ਪਰਿਵਾਰ ਦੇ ਮੋਹ ਦੇ ਵਿੱਚ ਵੱਜਿਆ ਹੋਇਆ ਬੰਦਾ ਕਰਦਾ ਕੀ ਹੈ? ਮਹਾਰਾਜ ਜੀ ਕਹਿੰਦੇ ਆ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ। ਇਹ ਚੇਤਨ ਮਾਇਆ ਵੀ ਬੰਦੇ ਨੂੰ ਗਰਕ ਕਰਕੇ ਰੱਖ ਦਿੰਦੀ ਹੈ। ਪਾਪ ਦੀ ਕਮਾਈ ਲਿਆ ਕੇ ਪਤਨੀ ਬੱਚਿਆਂ ਨੂੰ ਖੁਸ਼ ਕਰਦਾ। ਮਹਾਰਾਜ ਕਹਿੰਦੇ ਛੱਡ ਇਹ ਪਾਪ ਦੀ ਕਮਾਈ। ਤੇ ਤੀਸਰਾ ਹੈ ਮਹਾਰਾਜ ਕਹਿੰਦੇ ਅਗਿਆਨਤਾ, ਜਿਹਨੂੰ ਅੱਜ ਅਸੀਂ ਪੜ੍ਹ ਰਹੇ ਹਾਂ। ਕਿ ਅਗਿਆਨਤਾ ਕੀ ਹੈ? ਜੋ ਚੀਜ਼ ਛੱਡਣੀ ਹੈ ਉਹਨੂੰ ਘੁੱਟ ਕੇ ਫੜਿਆ ਹੋਇਆ, ਤੇ ਜਿਹੜੀ ਚੀਜ਼ ਆਪਣੀ ਆ ਉਹਦੇ ਵੱਲ ਇਹਦਾ ਮਨ ਵੀ ਨਹੀਂ ਤੁਰਿਆ, ਇਹਦਾ ਕਦਮ ਵੀ ਨਹੀਂ ਪੁੱਟਿਆ ਇਹਨੇ। ਸਾਹਿਬ ਜੀ ਕਹਿੰਦੇ ਮੇਰੀ ਮੇਰੀ ਕਰਤ ਦਿਨ ਰੈਨ ਬਿਹਾਵੈ, ਪਲ ਖਿਨ ਛੀਜੈ ਅਰਜਾਦੇ, ਜੈਸੇ ਮੀਠੈ ਸਾਧ ਲੁਭਾਏ, ਝੂਠ ਧੰਦ ਦੁਰਗਾਦੇ। ਇੱਥੇ ਮੱਖੀ ਦਾ ਉਦਾਹਰਣ ਲਿਆ। ਮੱਖੀ ਕੀ ਕਰਦੀ ਹੈ? ਮੱਖੀ ਦੇ 2 ਗੁਣ ਨੇ, ਜਾਂ ਮੱਖੀ ਮਿੱਠੇ ਤੇ ਬੈਠੇਗੀ ਤੇ ਜਾਂ ਮੱਖੀ ਗੰਦਗੀ ਤੇ ਬੈਠੇਗੀ। ਬਸ ਮੱਖੀ ਤੀਜੀ ਥਾਂ ਨਹੀਂ। ਜਾਂ ਉਹਨੇ ਗੰਦਗੀ 'ਚ ਬਹਿਣਾ ਤੇ ਜਾਂ ਉਹਨੇ ਮਿੱਠੇ ਤੇ। ਦੋਨੋਂ ਉਦਾਹਰਣ ਬਾਣੀ ਦੇ ਵਿੱਚ ਆਏ। ਮਹਾਰਾਜ ਜੀ ਦਾ ਇਹ ਫਰਮਾਨ ਹੈ, ਗੁੜ ਮੀਠਾ ਮਾਇਆ ਪਸਰਿਆ। ਸੁਣਿਓ, ਇਹ ਮਾਇਆ ਗੁੜ ਦੀ ਨਿਆਈ ਹੈ ਤੇ ਮਨ ਮੱਖੀ ਦੀ ਨਿਆਈ ਹੈ। ਗੁੜ ਮੀਠਾ ਮਾਇਆ ਪਸਰਿਆ, ਮਨਮੁਖ ਲੱਗ ਮਾਖੀ ਪਚੈ ਪਚਾਏ। ਇਹ ਮਨਮੁਖ ਮਨ ਮੱਖੀ ਦੀ ਤਰ੍ਹਾਂ ਗੁੜ ਦੇ ਉੱਤੇ ਬਹਿ ਗਿਆ, ਪਰ ਇਹ ਪਤਾ ਹੈ ਗੁੜ ਤੇ ਉੱਤੇ ਬੈਠੀ ਹੋਈ ਮੱਖੀ ਹੁਣ ਉੱਡ ਨਹੀਂ ਸਕਦੀ, ਉਸ ਗੁੜ ਦੇ ਸ਼ੀਰੇ ਦੇ ਵਿੱਚ ਹੀ ਗਰਕ ਹੋ ਕੇ ਮਰ ਜਾਏਗੀ। ਮਨੁੱਖ ਨੂੰ ਇਹ ਮਾਇਆ ਮਿੱਠੀ ਲੱਗਦੀ ਹੈ, ਚੰਗੀ ਜਾਪਦੀ ਹੈ, ਪਰ ਸਤਿਗੁਰ ਕਹਿੰਦੇ ਇਹ ਮਾਇਆ ਦਾ ਚਿੱਕੜ, ਇਹ ਮਾਇਆ ਦਾ ਮਿੱਠਾਪਨ, ਇਹ ਮਨ ਰੂਪੀ ਮੱਖੀ, ਜਿੰਦ ਰੂਪੀ ਮੱਖੀ ਤੈਨੂੰ ਲੈ ਬੈਠੇਗਾ। ਤੂੰ ਉੱਡ ਨਹੀਂ ਸਕੇਂਗੀ ਇਸ ਮਾਇਆ ਦੀ ਪਕੜ ਦੇ ਵਿੱਚ। ਗੁੜ ਮੀਠਾ ਮਾਇਆ ਪਸਰਿਆ, ਮਨਮੁਖ ਲਾਗ ਮਾਖੀ ਪਚੈ ਪਚਾਇਆ। ਮਨਮੁਖ। ਅੱਛਾ, ਹੁਣ ਦੁਰਗੰਧ ਦੀ ਗੱਲ ਕੀਤੀ ਹੈ। ਇੱਕ ਮੱਖੀ ਮਿੱਠੇ ਤੇ ਬਹਿ ਕੇ ਮਰ ਜਾਂਦੀ ਹੈ, ਤੇ ਦੂਸਰੀ ਮੱਖੀ ਦਾ ਸੁਭਾਅ ਹੁੰਦਾ ਗੰਦਗੀ ਤੇ ਬੈਠਣਾ। ਬਾਣੀ ਉਹ ਵੀ ਕਹਿੰਦੀ ਹੈ, ਮਾਖੀ ਰਾਮ ਕੀ ਤੂੰ ਮਾਖੀ, ਜਹ ਦੁਰਗੰਧ ਤਹ ਤੁਮ ਬੈਸੈ, ਮਾਹਾ ਵਿਖਿਆ ਮਦ ਚਾਖੀ। ਇਹ ਮਾਇਆ ਦਾ ਸੁਭਾਅ, ਇਹ ਮਾਇਆ ਰੂਪੀ ਇੱਕ ਅਵਸਥਾ, ਮਾਇਆ ਨੇ ਮੱਖੀ ਰੂਪੀ ਗੰਦਗੀ ਤੇ ਹੀ ਬਹਿਣਾ, ਤੇ ਜੇ ਗੰਦਗੀ ਤੇ ਨਹੀਂ ਬੈਠੀ ਤੇ ਫਿਰ ਮਿੱਠੇ ਤੇ ਬਹਿ ਕੇ ਆਪਣੀ ਜਾਨ ਦੇੜੇ ਦੇ। ਬਸ ਮਾਇਆ ਦਾ ਦੂਸਰਾ ਸੁਭਾਅ ਨਹੀਂ ਹੈ। ਇਹਨੂੰ ਜੈਸੇ ਮੀਠੇ ਸਾਧ ਲੁਭਾਏ, ਇਹ ਮਿੱਠੇ ਸਾਧ ਵਿੱਚ ਲੁਭਾ ਕੇ ਝੂਠ ਧੰਦ ਦੁਰਗਾਦੇ, ਦੁਰਗੰਧ ਦੇ ਵਿੱਚ, ਝੂਠ ਵਿੱਚ, ਧੰਦੇ ਵਿੱਚ। ਮਹਾਰਾਜ ਕਹਿੰਦੇ ਇਹ ਪਰਚ ਕੇ ਬੰਦਾ ਇੱਥੇ ਆਇਆ ਤੇ ਆ ਕੇ ਚਲਾ ਗਿਆ। ਕੀਤਾ ਕੀ? ਮਹਾਰਾਜ ਜੀ ਕਹਿੰਦੇ ਕੀ ਕੀਤਾ? ਸੁਣੋ ਫਿਰ। ਬੁਰੇ ਕਾਮ ਕੋ ਊਠ ਖਲੋਆ, ਨਾਮ ਕੀ ਬੇਲਾ। ਇਹੀ ਕੀਤਾ ਬਸ ਉਹਨੇ। ਇਹ ਦਿਨ ਤੇ ਰਹਿਣ ਗਵਾਚ ਗਈ। ਦਿਨ ਤੇ ਪਹਿਰ ਤੇ ਘਰੀਆਂ, ਔਦ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਮਨ ਬਿਦ ਕੀਜੈ। ਸੋ ਦਿਨ ਆਵਨ ਲਾਗਾ। ਉਹ ਦਿਨ ਤੇ ਹੁਣ ਨੇੜੇ ਆ ਗਿਆ, ਜਿਹਨੂੰ ਕਬੀਰ ਸਾਹਿਬ ਕਹਿੰਦੇ ਕਿਆ ਤੈ ਖਟਿਆ ਕਹਾਂ ਗਵਾਇਆ, ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ। ਬੰਦਿਆ ਉੱਠ, ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾਦੇ, ਇਹਨਾਂ ਰਸਾਂ ਵਿੱਚ ਫਸਿਆ ਪਿਆ। ਦੀਪ ਭਾਰੀ ਪੁਰਖ ਵਿਧਾਤਾ, ਬਹੁਰ ਬਹੁਰ ਜਨਮਾਧੇ, ਜਮ ਜਮ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਕਿ ਤੂੰ ਸਿਰਫ ਜਨਮ ਮਰਨ ਦੀ ਖੇਡ 'ਚ ਪਿਆ ਹੋਇਆ। ਇਹ ਰੱਬ ਨੇ ਭਵਾਟਣੀ ਦੇਤੀ ਤੈਨੂੰ,
ਇਹ ਮਾਇਆ ਦਾ ਮੂੰਹ ਤੇਰੇ ਆਲੇ ਦੁਆਲੇ ਦਾ ਸਾਰਾ ਖਿਲਾਰ ਦਿੱਤਾ, ਇਹ ਮਾਇਆ ਮੂੰਹ ਲਪਟਾ ਦਿੱਤਾ। ਇਹ ਅਮਰ ਹੈ, ਇਹ ਉਹਦੇ ਹੁਕਮ ਦੇ ਵਿੱਚ ਹੈ। ਤੇ ਜੇ ਇਸ ਭਵਾਟੜੀ ਦੇ ਵਿੱਚ ਤੂੰ ਆਪਣੇ ਮਨ ਨੂੰ ਟਿਕਾ ਕੇ ਗੁਰੂ ਦੇ ਸ਼ਬਦ ਵਿੱਚ ਸੁਰਤ ਨਹੀਂ ਜੋੜੇਗਾ, ਉਨਾ ਚਿਰ ਤੱਕ ਜਨਮ ਮਰਨ ਦੇ ਗੇੜ ਵਿੱਚ ਰਹੇਗਾ। ਜਾਓ ਭਇਓ ਕਿਰਪਾਲ ਦੀਨ ਦੁਖ ਭੰਜਨ, ਤਉ ਗੁਰ ਮਿਲ ਸਭ ਸੁਖ ਲਾਦੇ। ਜੇ ਗੁਰੂ ਮਿਲ ਜਾਏ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਵੇਂ ਜਪ, ਕੰਮ ਕਾਜ ਕਰਦਿਆਂ ਹੋਇਆਂ ਜਪੀ ਜਾ, ਗ੍ਰਸਥ ਵਿੱਚ ਰਹਿੰਦਿਆਂ ਜਪੀ ਜਾ। ਭੋਜਨ ਛਕਣ ਲੱਗਾ ਪਰਿਵਾਰ ਨੂੰ ਕਹਿ ਆਓ ਸ਼ਬਦ ਰਲ ਕੇ ਪੜੀਏ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਗਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ। ਗੱਡੀ 'ਚ ਬੈਠਾ ਸੀਟ ਬੈਲਟ ਲਾਈ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਜਪਜੀ ਸਾਹਿਬ ਸ਼ੁਰੂ ਕਰ ਦੇ, ਆਨੰਦ ਸਾਹਿਬ ਪੜ ਗੁਰੂ ਕੇ ਸਿੱਖਾ ਤੁਰਦਿਆਂ ਫਿਰਦਿਆਂ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਬਾਹਰ ਸੂਤ ਸਗਲ ਸਿਓ ਮੋਲਾ, ਲਿਪਤ ਰਹੂੰ ਜੈਸੇ ਜਲ ਮੈਂ ਕੌਲਾ। ਕਿ ਮੁਖ ਕੀ ਬਾਤ ਸਗਲ ਸਿਓ ਕਰਤਾ, ਸਭ ਨਾਲ ਤੂੰ ਵਿਚਰ। ਮੁਖ ਕੀ ਬਾਤ ਸਗਲ ਸਿਓ ਕਰਤਾ, ਪਰ ਜੀ ਸੰਗ ਪ੍ਰਭ ਆਪਣਾ ਧਰਤਾ। ਪਰ ਚਿੱਤ ਤੇ ਤੇਰੇ ਅੰਦਰ ਗੁਰੂ ਦਾ ਨਾਮ ਹੋਏ, ਇਹ ਹੈ ਗੁਰੂ ਦੀ ਕਿਰਪਾ। ਕਹੋ ਨਾਨਕ ਦਿਨ ਰਹਿਣ ਧਿਆਵੋ, ਮਾਰ ਕਾਢੀ ਸਗਲ ਉਪਾਧੇ। ਦਿਨ ਰਾਤ ਜਪ ਜਪ ਕੇ ਆਪਣੇ ਅੰਦਰ ਦੇ ਕਾਮ ਕ੍ਰੋਧ ਵਿਕਾਰਾਂ ਨੂੰ ਮਾਰ ਕੇ ਬਾਹਰ ਕੱਢ ਦੇ। ਆਖ ਨਸ ਵੰਯੋ ਹੋ ਕਿਲ ਵਿਖੋ, ਕਰਤਾ ਘਰ ਆਇਆ ਦੂਤੈ ਦਹਿਨ ਭਇਆ, ਗੋਬਿੰਦ ਪ੍ਰਗਟਾਇਆ। ਨਸ ਜਾਓ ਵਿਕਾਰੋ ਮੇਰੇ ਅੰਦਰੋਂ ਹੁਣ। ਇਹੀ ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ ਹੈ। ਸਤਿਗੁਰੂ ਜੀ ਨੇ ਅੰਤਮ ਪਦੇ ਦੇ ਵਿੱਚ ਇਹ ਬਖਸ਼ਿਸ਼ ਕੀਤੀ ਹੈ ਕਿ ਦਿਨ ਰਾਤ ਕਾਰੋਬਾਰਾਂ ਵਿੱਚ, ਪਰਿਵਾਰਾਂ ਵਿੱਚ, ਗ੍ਰਸਥ ਵਿੱਚ ਭੋਜਨ ਪਕਾਉਂਦਿਆਂ, ਭੋਜਨ ਛਕਦਿਆਂ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ, ਉਹਨੂੰ ਚੇਤੇ ਰੱਖ। ਇਉਂ ਜਪਿਓ ਭਾਈ ਪੁਰਖ ਵਿਧਾਤੇ, ਇਉਂ ਜਪਣਾ। ਜਪਣ ਵਾਸਤੇ ਗ੍ਰਸਥ ਨਹੀਂ ਛੱਡਣਾ, ਕਾਰੋਬਾਰ ਨਹੀਂ, ਹਾਂ ਪਾਪ ਛੱਡਣਾ ਪਏਗਾ। ਠਗੀਆਂ ਠੋਰੀਆਂ ਤੇ ਚੋਰੀਆਂ ਛੱਡਣੀਆਂ ਪੈਣਗੀਆਂ, ਧੋਖੇਬਾਜ਼ੀਆਂ ਹੱਕ ਪਰਾਇਆ ਛੱਡਣਾ ਪਏਗਾ। ਫਿਰ ਜਪ। ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਕਿ ਇਹ ਮਾਇਆ ਦਾ ਮੋਹ ਤਿਆਗਣਾ ਪਏਗਾ, ਮਾਇਆ ਨਹੀਂ ਤਿਆਗਣੀ, ਮੋਹ ਤਿਆਗਣਾ ਪਏਗਾ। ਤਿਆਗ ਤੇ ਫਿਰ ਜਪ। ਇਉਂ ਜਪਿਓ ਭਾਈ ਪੁਰਖ ਵਿਧਾਤੇ, ਭਇਓ ਕਿਰਪਾਲ ਦੀਨ ਦੁਖ ਭੰਜਨ। ਜਨਮ ਮਰਨ ਦੁਖ ਲਾਥੇ। ਫਿਰ ਜੇ ਇਵੇਂ ਜਪੇਗਾ, ਦੁੱਖਾਂ ਦਾ ਨਾਸ਼ ਕਰਨ ਵਾਲਾ ਦੁੱਖ ਭੰਜਨ ਵਾਹਿਗੁਰੂ ਤੇਰੇ ਉੱਤੇ ਦਿਆਲੂ ਹੋਏਗਾ, ਜਨਮ ਮਰਨ ਦੇ ਦੁੱਖ ਤੇਰੇ ਦੂਰ ਕਰੇਗਾ। ਮਾਇਆ ਵਿੱਚ ਰਹਿੰਦਿਆਂ ਮਾਇਆ ਦੀ ਸੋਝੀ ਆ ਜਾਏਗੀ, ਦੁੱਖ ਸੁੱਖ ਤੋਂ ਨਿਰਲੇਪ ਹੋ ਕੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਸਤਿਗੁਰੂ ਜੀ ਬਖਸ਼ਿਸ਼ ਕਰਨ। ਇੱਥੇ ਸਮੇਂ ਦੀ ਸਮਾਪਤੀ ਹੈ। ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਸਾਹਿਬ ਆਪ ਸੰਗਤ ਅਣਜਾਣ ਸਮਝ ਕੇ ਬਖਸ਼ ਦੇਣਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਆਪ ਸੰਗਤਾਂ ਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਜੋ ਸ਼ਾਰਟ ਟਰਮ ਕੋਰਸ ਚੱਲ ਰਹੇ ਨੇ ਮਾਤਾ ਸੁੰਦਰੀ ਵਿਖੇ, ਮਾਤਾ ਸੁੰਦਰੀ ਗੁਰਦੁਆਰਾ ਸਾਹਿਬ ਤੇ ਕਾਲਜ ਦੇ ਨਾਲ ਰਲ ਕੇ ਉਹਨਾਂ ਸ਼ਾਰਟ ਟਰਮ ਕੋਰਸਿਸ ਦੇ ਵਿੱਚ, ਉਹਨਾਂ ਕੋਰਸਿਸ ਦੇ ਵਿੱਚ ਹੁਣ ਸਾਡਾ ਸੰਬੰਧ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਰਸਿਸ ਨਾਲ ਹੋ ਗਿਆ। ਹੁਣ ਇਹ ਕੋਰਸਿਸ ਹੋਰ ਐਡਵਾਂਸ ਹੋ ਗਏ ਨੇ। ਖਾਲਸਾ ਕਾਲਜ ਨਾਲ ਵੀ ਸੰਪਰਕ ਸਾਧ ਕੇ ਹੋਰ ਕੋਰਸਿਸ ਨੂੰ ਐਡਵਾਂਸ ਕੀਤਾ ਜਾ ਰਿਹਾ। ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਧਾਈ ਦੇ ਪਾਤਰ ਨੇ। ਸਰਦਾਰ ਜਤਿੰਦਰਪਾਲ ਸਿੰਘ ਜੀ ਇਹ ਜਿਹੜਾ ਪ੍ਰਬੰਧ ਸੰਭਾਲ ਰਹੇ ਨੇ, ਵਧਾਈ ਦੇ ਪਾਤਰ ਨੇ। ਧੰਨਵਾਦ ਜੀ ਸਾਰਿਆਂ ਦਾ। ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਦਾ ਧੰਨਵਾਦ। ਆਪ ਸੰਗਤਾਂ ਦਾ ਧੰਨਵਾਦ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਨਮਾਨਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਅਜ਼ੀਜ਼